ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰ ਦਾਸ ਹਿਰਦੈ ਧਿਆਵਉ ਹਿਰਦੈ ਧਿਆਵਉ ਸ਼੍ਰੀ ਗੁਰ ਰਾਮਦਾਸ ਗੁਣ ਗਾਵਉ ਸ਼੍ਰੀ ਹਰਿ ਜਨ ਬਿਘ ਨਾਨਕੇ ਨਾਸਕ ਬਿਘ ਨਾਨਕੇ ਨਾਸਕ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ ਨਾਮੋ ਕਰ ਜੋਰੇ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ ਤਹਾਰੋਂ ਤਹਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ ਬੰਦਾਂ ਕਰ ਅਨੁਰਾਗਾ ਏਕੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨਾ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨਾ ਵਿਨਾਸ਼ਨ ਸੋਏ ਸਤਨਾਮ ਸ਼੍ਰੀ ਵਾਹਿਗੁਰੂ ਦਰਬਾਰਿਕ ਹੁਤੁ ਤੁਮਾਰੋ ਅਬ ਨਹਿ ਪਿਖਿਅਤ ਸਦਨ ਮਛਾਰੋ ਕਹੈ ਤੀਰ ਸੋਇਓ ਕਰ ਮਾਹੀ ਖਿਲਤ ਅਲਸਪਾ ਜਾਗਤ ਨਾਹੀ ਸੁੰਦਰ ਬਾਰਿਕ ਹੁਤੋ ਤੁਮਾਰੋ ਅਬ ਨਹਿ ਪਿਖਿਅਤ ਸਦਨ ਮਛਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਗਾਹੋ ਗਲ ਚਵਰ ਸ਼ਤਰ ਤਖਤ ਦੇ ਮਾਲਿਕ ਹਾਲਤ ਪਲਤ ਕੇ ਰਖਿਅਕ ਵਾਲੀਏ ਦੋ ਜਹਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ
ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਿੱਖਾਂ ਦੇ ਘਰ ਦੇ ਵਿੱਚ ਸਿੱਖੀ ਦੀ ਪਰਖ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਵਿਚਰ ਰਹੇ ਹਨ। ਇਸ ਤਰ੍ਹਾਂ ਸਿੱਖੀ ਦੀ ਪਰਖ ਕਰਦਿਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇੱਕ ਸਿੱਖ ਦੇ ਘਰ ਦੇ ਵਿੱਚ ਗਏ, ਉਹ ਸਿੱਖ ਦੀ ਹਾਲਾਤ ਮਾਇਕ ਪੱਧਰ ਤੇ ਬਹੁਤ ਜ਼ਿਆਦੀ ਖਸਤੀ ਸੀ, ਲੇਕਿਨ ਅੰਦਰ ਸਿੱਖੀ ਦੀ ਬਹੁਤ ਜ਼ਿਆਦੀ ਭਾਵਨਾ, ਬਹੁਤ ਜ਼ਿਆਦਾ ਜਜ਼ਬਾ ਹੈ। ਸਿੱਖੀ ਨੂੰ ਉਹ ਸਿੱਖ ਨੇ ਬਹੁਤ ਵੱਧ ਚੜ ਕਰਕੇ ਕਮਾਈ ਕਰਨੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਭਾਈ ਬਾਲੇ ਦੇ ਸੰਯੁਕਤ ਜਦੋਂ ਪਹੁੰਚਦੇ ਹਨ, ਅੱਗੋਂ ਉਹ ਗਰੀਬ ਸਿੱਖ ਨੇ ਜਦੋਂ ਵੇਖਿਆ ਸਤਿਗੁਰੂ ਮਹਾਰਾਜ ਜੀ ਆਏ, ਬਹੁਤ ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਜੀ ਨੂੰ ਬੇਨਤੀ ਕਰਕੇ ਸਿੱਖ ਸਤਿਗੁਰੂ ਮਹਾਰਾਜ ਜੀ ਦਾ ਉਤਾਰਾ ਆਪਣੇ ਘਰ ਵਿੱਚ ਕਰਨਾ ਕੀਤਾ। ਪਹਿਲੇ ਦਿਨ ਤਾਂ ਪਿਆਰਿਓ ਜੋ ਵੀ ਘਰ ਦੀ ਮਾਇਆ ਸੀ, ਜਿੰਨਾ ਕੁਝ ਰੱਖਿਆ ਹੋਇਆ, ਉਹ ਇਹ ਕਰਕੇ ਵੇਚ ਕਰਕੇ ਮਾਇਆ ਖਰਚ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਉਣਾ ਕੀਤਾ। ਫਿਰ ਪਿਆਰਿਓ ਬਾਅਦ ਦੇ ਵਿੱਚ ਘਰ ਦੀ ਜਿੰਨੀ ਜੋ ਸਮੱਗਰੀ ਆਦਿਕ ਸੀ, ਕਿਉਂਕਿ ਘਰ ਦੇ ਵਿੱਚ ਕੋਈ ਜ਼ਿਆਦਾ ਪ੍ਰਬੰਧ ਨਹੀਂ ਸੀ ਖਾਣ ਪੀਣ ਦਾ, ਇਹਨੇ ਕੀ ਕਰਨਾ ਕੀਤਾ, ਜੋ ਕੁਛ ਇਹਦੇ ਘਰ ਦੇ ਵਿੱਚ ਭਾਂਡੇ ਬਰਤਨ ਆਦਿਕ ਜੋ ਕੁਛ ਸੀ ਉਹ ਵੇਚ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਵਾਸਤੇ ਇਹਨੇ ਪ੍ਰਸ਼ਾਦਾ ਤਿਆਰ ਕੀਤਾ ਸੀ। ਘਰ ਵਾਲੀ ਨੂੰ ਕਹਿੰਦਾ ਕਿ ਭਗਵਾਨੇ ਤੂੰ ਪ੍ਰਸ਼ਾਦਾ ਤਿਆਰ ਕਰਨਾ ਕਰ, ਮੈਂ ਉਦੋਂ ਤੱਕ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਦਾ ਹਾਂ। ਜਦੋਂ ਉਹਦੀ ਘਰ ਵਾਲੀ ਪ੍ਰਸ਼ਾਦਾ ਤਿਆਰ ਕਰ ਰਹੀ ਸੀ, ਕਿਸੇ ਕੰਮ ਵਾਸਤੇ ਉਹ ਜਦੋਂ ਆਸੇ-ਪਾਸੇ ਹੋ ਗਈ, ਉਹਦੇ ਘਰ ਦੇ ਵਿੱਚ ਇੱਕੋ ਇੱਕ ਜੋ ਬੱਚਾ ਸੀ, ਬਾਲਕ ਸੀ, ਉਹਦੀ ਆਰਬਲਾ ਬਹੁਤ ਥੋੜੀ ਹੈ, 5-6 ਮਹੀਨੇ ਦਾ ਉਹ ਬਾਲਕ ਕਿ ਬਹੁਤ ਉਹਦੀ ਹਾਲਾਤ ਬੁਰੀ ਹੋ ਗਈ, ਸਰੀਰ ਜਿਹੜਾ ਹੈ ਬਹੁਤ ਜ਼ਿਆਦਾ ਉਹਦਾ ਸੜ ਗਿਆ। ਲੇਕਿਨ ਉਹਦੀ ਜੋ ਘਰਵਾਲੀ ਹੈ ਸਿੱਖ ਦੀ, ਉਹ ਵੀ ਬਹੁਤ ਜ਼ਿਆਦੀ ਸ਼ਰਧਾ ਭਾਵਨਾ ਵਾਲੀ ਸੀ। ਉਹਦੇ ਮਨ ਵਿੱਚ ਆਇਆ ਕਿ ਜੇ ਮੈਂ ਇਹ ਹੁਣ ਰੌਲਾ ਪਾਉਂਦੀਆਂ, ਚੀਕਾਂ ਮਾਰਦੀਆਂ, ਕਹਿੰਦੀਆਂ ਤੇ ਮਹਾਰਾਜ ਜੀ ਨੂੰ ਪਤਾ ਲੱਗ ਜਾਵੇਗਾ ਤੇ ਮਹਾਰਾਜ ਜੀ ਨੇ ਪ੍ਰਸ਼ਾਦਾ ਨਹੀਂ ਛਕਣਾ। ਉਹਨਾਂ ਨੇ ਕਹਿਣਾ ਕਿ ਜਾਓ ਭਾਈ ਬੱਚੇ ਦਾ ਉਪਚਾਰ ਕਰਾਉਣਾ ਕਰੋ ਕਰਕੇ। ਉਹਨੇ ਫਿਰ ਮਹਾਰਾਜ ਜੀ ਨੂੰ ਵੀ ਨਹੀਂ ਦੱਸਿਆ, ਕੋਈ ਰੌਲਾ ਨਹੀਂ ਪਾਇਆ। ਇੱਥੋਂ ਤੱਕ ਤਾਂ ਪਿਆਰਿਓ ਉਹਨੇ ਆਪਣੇ ਘਰ ਵਾਲੇ ਨੂੰ ਵੀ ਨਹੀਂ ਦੱਸਣਾ ਕੀਤਾ, ਕਿਉਂਕਿ ਪਤਾ ਸੀ ਕਿ ਜੇ ਮੈਂ ਆਪਣੇ ਘਰ ਵਾਲੇ ਨੂੰ ਕਹਿ ਦਿੰਦੀ ਆ, ਦੱਸ ਦਿੰਦੀ ਆ, ਉਹ ਇਸ ਪਾਸੇ ਲੱਗ ਜਾਵੇਗਾ। ਮਹਾਰਾਜ ਜੀ ਨੂੰ ਵੀ ਜੇ ਪਤਾ ਚੱਲ ਜਾਵੇ ਤੇ ਆਪਾਂ ਮਹਾਰਾਜ ਜੀ ਦੀ ਸੇਵਾ ਨਹੀਂ ਕਰ ਸਕਦੇ। ਇੰਨੀ ਸ਼ਰਧਾ ਭਾਵਨਾ ਦੇ ਨਾਲ ਬੱਚਾ ਜੋ ਹੈ ਬਹੁਤ ਜ਼ਿਆਦਾ ਸੜ ਗਿਆ। ਉਹਨੂੰ ਉਸ ਤਰ੍ਹਾਂ ਹੀ ਕੱਪੜੇ ਦੇ ਵਿੱਚ ਵਲੇਟ ਕਰਕੇ ਉਹਨੂੰ ਰੱਖਣਾ ਕੀਤਾ ਤੇ ਪ੍ਰਸ਼ਾਦਾ ਤਿਆਰ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਜਦੋਂ ਥਾਲ ਪਰੋਸ ਕੇ ਰੱਖਣਾ ਕੀਤਾ ਤੇ ਬਚਨ ਉਚਾਰਨ ਕੀਤਾ, ਮਹਾਰਾਜ ਕਿਰਪਾ ਕਰੋ, ਭੋਜਨ ਪ੍ਰਾਪਤ ਕਰਨਾ ਕਰੋ। ਤਾਂ ਅੱਗੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਬਚਨ ਕੀਤਾ, ਉਹ ਇਤਿਹਾਸ ਪਿਆਰਿਓ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁੰਦਰ ਬਾਰਿਕ ਹੁਤੋ ਤੁਮਾਰੋ। ਸਤਿਗੁਰੂ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਨੇ
ਅੰਤਰਜਾਮਤਾ ਦੇ ਨਾਲ ਸਿੱਖ ਦੀ ਭਾਵਨਾ, ਉਹਦੀ ਘਰਵਾਲੀ ਜੋ ਹੈ, ਅੱਗੋਂ ਜੋ ਸਿੱਖਣੀ ਜੋ ਹੈ, ਉਹਦੀ ਭਾਵਨਾ ਸਤਿਗੁਰੂ ਮਹਾਰਾਜ ਜੀ ਨੇ ਅੰਤਰਜਾਮਤਾ ਦੀ ਦ੍ਰਿਸ਼ਟੀ ਦੇ ਨਾਲ ਤੱਕ ਲਿਆ, ਵੇਖ ਲਿਆ। ਤੇ ਮਹਾਰਾਜ ਜੀ ਨੂੰ ਪਤਾ ਤਾਂ ਸੀ ਕਿ ਭਾਈ ਕੀ ਭਾਣਾ ਵਰਤਿਆ। ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਿੱਖ ਨੇ ਤੇ ਉਹਦੀ ਘਰਵਾਲੀ ਨੇ ਸਤਿਗੁਰੂ ਮਹਾਰਾਜ ਜੀ ਦੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨੀ ਕੀਤੀ। ਸਤਿਗੁਰੂ ਮਹਾਰਾਜ ਜੀ ਦੇ ਅੱਗੇ ਜਦੋਂ ਥਾਲ ਰੱਖਿਆ ਗਿਆ, ਅੱਗੋਂ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਸਿੱਖਾ, ਤੇਰੇ ਘਰ ਦੇ ਵਿੱਚ ਜਦੋਂ ਅਸੀਂ ਕੱਲ ਆਏ ਹਾਂ, ਛੋਟਾ ਜਿਹਾ ਬੱਚਾ ਸੀ ਜੋ ਵਿਹੜੇ ਦੇ ਵਿੱਚ ਰੇੜਦਾ ਸੀ। ਉਹ ਬੱਚਾ ਜਿਹੜਾ ਨਜ਼ਰ ਨਹੀਂ ਆ ਰਿਹਾ ਹੈ, ਕੀ ਕਾਰਨ ਹੈ? ਅਬ ਨਹਿ ਪਿਖਿਯਤ ਸਦਨ ਮਝਾਰੋ। ਅੱਜ ਜਿਹੜਾ ਤੁਹਾਡਾ ਬੱਚਾ ਘਰ ਦੇ ਵਿੱਚ, ਵਿਹੜੇ ਦੇ ਵਿੱਚ, ਆਂਗਣ ਦੇ ਵਿੱਚ ਨਜ਼ਰ ਨਹੀਂ ਆ ਰਿਹਾ, ਕੀ ਗੱਲ ਹੈ ਭਾਈ? ਬੱਚਾ ਕਿੱਥੇ ਗਿਆ? ਕਹਤੀ ਸੋਇਓ ਕਰ ਮਾਹੀ। ਅੱਗੋਂ ਪਿਆਰਿਓ, ਸਿੱਖ ਦੀ ਘਰਵਾਲੀ ਜੋ ਹੈ ਉਹ ਨਿਮਰਤਾ ਦੇ ਵਿੱਚ ਆ ਕੇ ਗਲ ਵਿੱਚ ਪੱਲਾ ਪਾ ਕਰਕੇ ਹੱਥ ਜੋੜ ਕਰਕੇ ਕਹਿੰਦੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਬੱਚਾ ਜੋ ਹੈ ਉਹ ਵਿਸ਼ਰਾਮ ਕਰ ਰਿਹਾ ਹੈ, ਉਹ ਸੌਂ ਰਿਹਾ ਹੈ। ਖੇਲਤ ਅਲਸ ਪਾ ਜਾਗਤ ਨਾਹੀ। ਲੱਗਦਾ ਕਿ ਖੇਲਦਾ ਬਹੁਤ ਜ਼ਿਆਦਾ ਥੱਕ ਗਿਆ, ਆਲਸ ਆ ਗਿਆ। ਮੈਂ ਉਹਨੂੰ ਜਗਾਉਂਦੀ ਆ, ਉਹ ਜਾਗਦਾ ਨਹੀਂ ਹੈ, ਉਹ ਗਹਿਰੀ ਨੀਂਦ ਦੇ ਵਿੱਚ ਸੁੱਤਿਆ ਹੋਇਆ ਹੈ। ਸੁਨ ਸੁਮਤੇ ਸ਼ਿਸ਼ ਲੇਹੁ ਜਗਾਈ। ਅੱਗੋਂ ਸਤਿਗੁਰੂ ਮਹਾਰਾਜ ਜੀ ਨੂੰ ਪਤਾ ਸੀ ਕਿ ਭਾਈ ਕੀ ਭਾਣਾ ਵਰਤ ਗਿਆ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਐ ਸੁਮਤੇ, ਭਾਵ ਕੇ ਸ਼੍ਰੇਸ਼ਟ ਮਤ ਵਾਲੀਏ ਇਸਤਰੀਏ, ਸਿੱਖ ਦੀ ਘਰਵਾਲੀ ਨੂੰ ਕਹਿਣ ਲੱਗੇ ਮਹਾਰਾਜ, ਆਨਹਿ ਨਿਕਟ ਤਾ ਭੋਜਨ ਖਾਈ। ਜਾਓ, ਜਾ ਕਰਕੇ ਬੱਚੇ ਨੂੰ ਜਗਾ ਕਰਕੇ ਲੈ ਕੇ ਆਉਣਾ ਕਰੋ। ਜੇ ਨਹੀਂ ਜਾਗਦਾ ਤੇ ਉਹਨੂੰ ਜਾ ਕਰਕੇ ਬੋਲੋ, ਬੇਟਾ ਆਵੇਗਾ ਤਾਂ ਹੀ ਅਸਾਂ ਨੇ ਪ੍ਰਸ਼ਾਦਾ ਛਕਣਾ ਹੈ। ਤਬ ਨਾਰੀ ਤੂਸ਼ਨ ਭੈ ਰਹੀ। ਤਾਂ ਪਿਆਰਿਓ, ਘਰਵਾਲੀ ਜਿਹੜੀ ਹੈ ਸਿੱਖ ਦੀ, ਉਹ ਚੁੱਪ ਹੋ ਕੇ ਰਹਿ ਗਈ ਹੈ, ਕਿਉਂਕਿ ਉਹਨੇ ਟਾਲਣ ਦਾ ਤਾਂ ਯਤਨ ਕੀਤਾ। ਹੁਣ ਕਿਸ ਤਰ੍ਹਾਂ ਜਾਵੇ, ਕਿਉਂਕਿ ਸੜ ਕਰਕੇ ਬੱਚਾ ਜਿਹੜਾ ਸੀ ਮਰ ਗਿਆ ਸੀ। ਹੁਣ ਇੱਕ ਵਾਲੀ ਜਿਹੜਾ ਬੱਚਾ ਮਰ ਜਾਵੇ, ਉਹ ਤਾਂ ਜਾਗ ਨਹੀਂ ਸਕਦਾ। ਤਹਿ ਪ੍ਰਤ ਬਹੁਰੂ ਸਤਿਗੁਰ ਕਹੀ। ਉਹਦੇ ਪ੍ਰਤੀ ਸਤਿਗੁਰੂ ਮਹਾਰਾਜ ਜੀ ਨੇ ਫਿਰ ਦੁਬਾਰਾ ਬਚਨ ਕੀਤਾ ਹੈ। ਵਾਰਿਕ ਨਾਮ ਕਹੋ ਕਿਆ ਰਾਖਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਬੱਚਾ ਜੇ ਤੂੰ ਨਹੀਂ ਸੱਦਦੀ ਨਾ ਕੋਈ ਗੱਲ ਨਹੀਂ ਹੈ, ਸਾਨੂੰ ਦੱਸਣਾ ਕਰ, ਤੁਸਾਂ ਨੇ ਆਪਣੇ ਬੱਚੇ ਦਾ ਕੀ ਨਾਮ ਰੱਖਣਾ ਕੀਤਾ? ਲਾਲਾ ਅਹੈ ਸਿੱਖ ਨੇ ਭਾਖਾ। ਅੱਗੋਂ ਸਿੱਖ ਕਹਿਣ ਲੱਗਾ ਹੱਥ ਜੋੜ ਕਰਕੇ, ਸਤਿਗੁਰੂ ਮਹਾਰਾਜ, ਬੱਚੇ ਦਾ ਨਾਮ ਅਸਾਂ ਨੇ ਲਾਲਾ ਰੱਖਿਆ, ਲਾਲਾ। ਸੁਣ ਕੇ ਸ਼੍ਰੀ ਪ੍ਰਭ ਤਿਸੈ ਹਕਾਰਾ। ਸੁਣ ਕਰਕੇ ਨਾਮ ਸਤਿਗੁਰੂ ਮਹਾਰਾਜ ਜੀ ਨੇ ਉੱਚੀ ਆਵਾਜ਼ ਦੇ ਵਿੱਚ ਬਚਨ ਉਚਾਰਨ ਕੀਤਾ। ਆਵਹੁ ਲਾਲਾ ਕਰਹੁ ਆਹਾਰਾ। ਸਤਿਗੁਰੂ ਮਹਾਰਾਜ ਉੱਚੀ ਆਵਾਜ਼ ਦੇ ਵਿੱਚ ਕਹਿੰਦੇ ਹਨ, ਆ ਭਾਈ ਲਾਲਾ, ਆ ਜਾ, ਆ ਸਾਡੇ ਨਾਲ ਬੈਠ ਕੇ ਪ੍ਰਸ਼ਾਦਾ ਛਕਣਾ ਕਰ। ਜੀਵਿਓ ਸਿਸ ਸੋ ਗੁਰੂ ਅਲਾਵਾ। ਜਦੋਂ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਉੱਚੀ ਆਵਾਜ਼ ਦੇ ਨਾਲ ਬਚਨ ਕੀਤਾ, ਬੱਚੇ ਨੂੰ ਹਾਕ ਮਾਰਨੀ ਕੀਤੀ, ਤੁਰੰਤ ਬੱਚਾ ਜਿਹੜਾ ਹੈ, ਜਿਸ ਤਰ੍ਹਾਂ ਕਿ ਕੋਈ ਬੱਚਾ ਜਦੋਂ ਸੌਂ ਜਾਵੇ ਤੇ ਉਹਨੂੰ ਜਦੋਂ ਆਪਾਂ ਆਵਾਜ਼ ਲਾਉਂਦੇ ਆ ਤੇ ਕਿਸ ਤਰ੍ਹਾਂ ਉਹ ਉੱਠ ਕੇ ਖੜ ਕੇ ਆ ਜਾਂਦਾ, ਇਸ ਤਰ੍ਹਾਂ ਹੀ ਉਹ ਬੱਚਾ ਜਿਹੜਾ ਹੈ ਉੱਠ ਕੇ ਉਹਨੇ ਆਉਣਾ ਕੀਤਾ। ਬਖਸੂ ਚਲਤ ਸੰਦੀਪ ਸੋ ਆਵਾ। ਆਪ ਹੌਲੀ ਹੌਲੀ ਪੈਰਾਂ ਦੇ ਨਾਲ ਚੱਲ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਲਾਗੇ ਆ ਗਿਆ ਹੈ। ਨਿਜ ਕਰਸੂ ਗੁਰਦੀਨ ਆਹਾਰਾ। ਦੇਖੋ ਪਿਆਰਿਓ, ਕਿੰਨਾ ਉਹ ਵਡਭਾਗਾ ਬੱਚਾ, ਸਤਿਗੁਰੂ ਮਹਾਰਾਜ ਜੀ ਨੇ ਆਪਣੇ ਹੱਥ ਦੇ ਨਾਲ ਉਹਨੂੰ ਆਹਾਰ ਦਿੱਤਾ, ਪ੍ਰਸ਼ਾਦਾ ਦਿੱਤਾ। ਖਾਤ ਮਾਤ ਪਾ ਹਰਖ ਅਪਾਰਾ। ਜਦੋਂ ਬੱਚੇ ਨੇ ਪ੍ਰਸ਼ਾਦਾ ਛਕਿਆ ਨਾ, ਇਹ ਸਾਰਾ ਨਜ਼ਾਰਾ ਵੇਖ ਕਰਕੇ ਉਹਦੀ ਮਾਂ ਜੋ ਹੈ ਸਿੱਖ ਦੀ ਘਰਵਾਲੀ, ਉਹ ਬਹੁਤ ਜ਼ਿਆਦਾ ਪ੍ਰਸੰਨ ਹੋ ਗਈ ਹੈ, ਕਿਉਂਕਿ ਫਿਰ ਮਰਦਾ ਬਹੁਰ ਜਿਵਾਇਆ ਰਾਮ। ਬੱਚਾ ਤਾਂ ਜਿਹੜਾ ਮਰ ਚੱਲਿਆ ਸੀ ਅੱਗ ਦੇ ਵਿੱਚ ਸੜ ਕਰਕੇ, ਲੇਕਿਨ ਮਹਾਰਾਜ ਜੀ ਦੀ ਕਿਰਪਾ ਵਰਤ ਗਈ, ਉਹ ਇੱਕਦਮ ਨਵਾ ਨਿਰੋਗਾ ਹੋ ਗਿਆ। ਨਿਜ ਪਤ ਸੂ ਸੁਨਾ
ਕਮਾਏ ਤਿਹ ਕਾਲਾ। ਉਸ ਵੇਲੇ ਘਰ ਵਾਲੀ ਨੇ ਆਪਣੇ ਪਤੀ ਦੇ ਤਾਈ ਹਾਲੇ ਤੱਕ ਉਹਨੇ ਆਪਣੇ ਪਤੀ ਨੂੰ ਇਸ ਬਾਬਤ ਨਹੀਂ ਦੱਸਣਾ ਕੀਤਾ। ਹੁਣ ਆਪਣੇ ਮਾਲਕ ਨੂੰ ਖਾਵੰਦ ਨੂੰ ਦੱਸਦੀ ਹੈ। ਹਿਰਦੇ ਸ਼ਰਧਾ ਬਦੀ ਵਿਸਾਲਾ। ਉਹਨੂੰ ਜਦੋਂ ਪੂਰਾ ਇਹ ਵਾਕਿਆਤ ਸਰਵਣ ਕਰਾਉਣਾ ਕੀਤਾ ਕਿ ਸਵਾਮੀ ਜੀ ਇਸ ਤਰ੍ਹਾਂ ਮੈਂ ਕਿਸੇ ਕਾਜ ਵਾਸਤੇ ਅੰਦਰ ਬਾਹਰ ਹੋ ਗਈ, ਬੱਚਾ ਜਿਹੜਾ ਸੀ ਅੱਗ ਦੇ ਵਿੱਚ ਚੜ ਕਰਕੇ ਉਹ ਮੱਚ ਗਿਆ ਸੀ। ਮੈਂ ਤਾਂ ਵੇਖ ਲਿਆ ਕਿ ਬੱਚਾ ਤਾਂ ਹੁਣ ਮਰ ਰਿਹਾ ਹੈ, ਲੇਕਿਨ ਜੇ ਮੈਂ ਇਸ ਪਾਸੇ ਲੱਗਦੀ ਹਾਂ ਮਹਾਰਾਜ ਜੀ ਦੀ ਸੇਵਾ ਨਹੀਂ ਹੋ ਸਕਦੀ। ਮੈਨੇ ਉਹਨੂੰ ਉਸ ਤਰ੍ਹਾਂ ਹੀ ਸੁਲਾ ਦਿੱਤਾ, ਕੱਪੜਾ ਉੱਤੋਂ ਪਾ ਦਿੱਤਾ ਤੇ ਮੈਂ ਤਾਂ ਸਮਝ ਲਈ ਕਿ ਹੁਣ ਤਾਂ ਬੱਚੇ ਨੇ ਚੜਾਈ ਕਰ ਜਾਣਾ। ਲੇਕਿਨ ਮਹਾਰਾਜ ਜੀ ਨੇ ਆਵਾਜ਼ ਦਿੱਤੀ ਹੈ, ਤਾਂ ਕਰਕੇ ਉਹ ਮਰਦਾ ਬਹੁਰ ਜਿਵਾਇਆ ਰਾਮ। ਸਾਡਾ ਬੱਚਾ ਜੋ ਮੌਤ ਦੇ ਮੂੰਹ ਦੇ ਵਿੱਚ ਜਾ ਰਿਹਾ ਸੀ, ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹ ਬਚ ਗਿਆ ਹੈ। ਦੰਪਤ ਮਿਲ ਤਬ ਬੰਧਨ ਕੀਨੋ। ਦੋਵਾਂ ਦੇ ਮਨ ਦੇ ਵਿੱਚ ਪਿਆਰਿਓ ਬਹੁਤ ਜ਼ਿਆਦੀ ਸ਼ਰਧਾ ਵੱਧ ਗਈ ਤੇ ਸ਼ਰਧਾ ਭਾਵਨਾ ਦੇ ਨਾਲ ਫਿਰ ਇਹਨਾਂ ਨੇ ਆ ਕਰਕੇ ਦੋਵੇਂ ਪਤੀ ਤੇ ਸਤੀ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਣਾ ਕੀਤਾ। ਮਹਾਪੁਰਖ ਪੂਰਨ ਮਨ ਚੀਨੋ। ਮਨ ਵਿੱਚ ਜਾਣ ਲਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰਨ ਅਵਤਾਰ ਹਨ। ਅਗਲੇ ਦਿਵਸ ਅੰਨ ਕਰਨਾ ਹੀ। ਹੁਣ ਪਿਆਰਿਓ ਇਹ ਦਿਨ ਵੀ ਜਿਹੜਾ ਇਸ ਤਰ੍ਹਾਂ ਲੰਘ ਗਿਆ। ਫਿਰ ਅਗਲਾ ਦਿਨ ਜਦੋਂ ਚੜਿਆ, ਫਿਰ ਪਿਆਰਿਓ ਪ੍ਰਸ਼ਾਦਾ ਪਾਣੀ ਦੀ ਥੁੜ ਪੈ ਗਈ। ਚਿੰਤਾ ਅਤਿਸ਼ੈ ਮਨ ਮਾਹੀ। ਤਾਂ ਸਿੱਖ ਦੇ ਮਨ ਦੇ ਵਿੱਚ ਬਹੁਤ ਜ਼ਿਆਦੀ ਚਿੰਤਾ ਆ ਕਰਕੇ ਲੱਗ ਗਈ ਹੈ। ਸੋ ਸਿਸ ਵੇਚਨ ਚਲੇ ਬਾਜ਼ਾਰੇ। ਉਹਨੇ ਕੀ ਕਰਨਾ ਸਨ ਉਹ ਵੀ ਉਹਨੇ ਵੇਚ ਦਿੱਤੇ, ਕਿਉਂਕਿ ਸਤਿਗੁਰੂ ਮਹਾਰਾਜ ਹੁਣ ਗਏ। ਬੇਸ਼ੱਕ ਇਤਿਹਾਸ ਦੇ ਵਿੱਚ ਇੱਥੇ ਤਾਂ ਜ਼ਿਕਰ ਆਇਆ ਭਾਈ ਬਾਲਾ ਜੀ ਦਾ, ਲੇਕਿਨ ਹੋ ਸਕਦਾ ਪਿਆਰਿਓ ਬਹੁਤ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਬਹੁਤ ਜ਼ਿਆਦੀ ਖਿਆਤੀ ਹੋ ਗਈ ਸੀ। ਜਿੱਥੇ ਵੀ ਸਤਿਗੁਰੂ ਮਹਾਰਾਜ ਜੀ ਜਾਂਦੇ ਤੇ ਲੋਕੀ ਵਹੀਰਾਂ ਘੱਤ ਕੇ ਆਉਂਦੇ ਹਨ। ਬਹੁਤ ਜ਼ਿਆਦੀ ਗਿਣਤੀ ਦੇ ਵਿੱਚ ਸਿੱਖ ਮਹਾਰਾਜ ਜੀ ਦੇ ਨਾਲ ਰਿਹਾ ਕਰਦੇ। ਹੋ ਸਕਦਾ ਮਹਾਰਾਜ ਜੀ ਦੇ ਨਾਲ ਬਹੁਤ ਜ਼ਿਆਦਾ ਸਿੱਖ ਸਨ ਤੇ ਸਾਰਿਆਂ ਨੇ ਇਸ ਸਿੱਖ ਦੇ ਘਰ ਦੇ ਵਿੱਚ ਡੇਰਾ ਕਰਨਾ ਕੀਤਾ। ਹੁਣ ਜਦੋਂ ਅਗਲਾ ਦਿਨ ਚੜਿਆ, ਸਿੱਖ ਨੇ ਵੇਖਿਆ ਕਿ ਭਾਈ ਸਤਿਗੁਰੂ ਮਹਾਰਾਜ ਜੀ ਦੀ ਵੀ ਸੇਵਾ ਕਰਨੀ ਹੈ, ਨਾਲ ਜੋ ਸਿੱਖ ਸੰਗਤਾਂ ਘਰ ਦੇ ਵਿੱਚ ਆਈਆਂ ਇਹਨਾਂ ਦੀ ਵੀ ਸੇਵਾ ਕਰਨੀ ਹੈ, ਲੇਕਿਨ ਪੱਲੇ ਮੇਰੇ ਕੁਛ ਵੀ ਨਹੀਂ ਹੈ। ਉਹਨੇ ਫਿਰ ਵੇਖਿਆ ਕਿ ਮੇਰਾ ਸਿਰਫ ਇਹ ਬੱਚਾ ਹੈ, ਕਿਉਂ ਨਾ ਮੈਂ ਸਤਿਗੁਰੂ ਮਹਾਰਾਜ ਜੀ ਦੀ ਸਿੱਖਾਂ ਦੀ ਸੇਵਾ ਵਾਸਤੇ ਆਪਣੇ ਬੱਚੇ ਨੂੰ ਵੇਚ ਦਵਾਂ। ਕਿਉਂਕਿ ਪਿਆਰਿਓ ਪਹਿਲੇ ਜ਼ਮਾਨੇ ਦੇ ਵਿੱਚ, ਅਜੋਕੇ ਜ਼ਮਾਨੇ ਦੇ ਵਿੱਚ ਤਾਂ ਇਹ ਗੈਰ ਕਾਨੂੰਨੀ ਹੋ ਗਿਆ। ਅਜੋਕੇ ਜ਼ਮਾਨੇ ਦੇ ਵਿੱਚ ਕੋਈ 18 ਸਾਲ ਤੋਂ ਛੋਟਾ ਬੱਚਾ, ਉਹ ਤੋਂ ਜਦੋਂ ਆਪਾਂ ਮਜ਼ਦੂਰੀ ਵੀ ਕਰਾਉਂਦੇ ਆ ਤਾਂ ਵੀ ਪਿਆਰਿਓ ਉਹ ਕਾਨੂੰਨਨ ਜਿਹੜਾ ਜੁਰਮ ਹੋਇਆ ਕਰਦਾ। ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਜੋ ਲੋਕ ਹਨ ਮਾਇਆ ਧਾਰੀ ਆਦਿਕ, ਉਹ ਇਸ ਤਰ੍ਹਾਂ ਬਚਪਨ ਤੋਂ ਹੀ ਕਿਸੇ ਬੱਚੇ ਨੂੰ ਜਿਹੜਾ ਉਹ ਖਰੀਦ ਕੇ ਰੱਖ ਲੈਂਦੇ ਸਨ ਘਰ ਦੇ ਵਿੱਚ। ਇੱਕ ਹੁੰਦਾ ਪਿਆਰਿਓ, ਇਹ ਬਹੁਤ ਇਹਨਾਂ ਦੇ ਵਿੱਚ ਕੰਮਕਾਜ ਕਰਨ ਵਾਲੇ ਜਿਹੜੇ ਉਹਨਾਂ ਦੇ ਵਿੱਚ ਕੈਟੇਗਰੀ ਹੁੰਦੀ ਹੈ। ਇੱਕ ਜੋ ਨਿਸ਼ਕਾਮ ਭਾਵਨਾ ਦੇ ਨਾਲ ਕਿੱਥੇ ਜਾ ਕਰਕੇ ਕੰਮ ਕਰੇ ਉਹਨੂੰ ਸੇਵਕ ਬੋਲਦੇ ਹਾਂ। ਇੱਕ ਹੁੰਦਾ ਹੈ ਪਿਆਰਿਓ ਫਿਰ ਚਾਕਰ ਹੁੰਦਾ। ਚਾਕਰ ਦਾ ਕੰਮ ਹੁੰਦਾ ਕਿ ਚਲੋ ਜੀ ਆ ਵਿਸ਼ੇਸ਼ ਕੰਮ ਹੋ ਗਿਆ, ਹਰ ਦਿਨ ਉਹ ਨੌਕਰੀ ਨਹੀਂ ਕਰਦਾ। ਜਿਸ ਤਰ੍ਹਾਂ ਕਿ ਕਈ ਵਾਰੀ ਆਪਾਂ ਵੇਖਦੇ ਹਾਂ ਪੈੜੀਆਂ ਦੇ ਵਿੱਚ, ਖੇਤਾਂ ਦੇ ਵਿੱਚ, ਤੇ ਜਦੋਂ ਕਟਾਈ ਹੁੰਦੀ ਹੈ, ਵਾਢੀਆਂ ਦਾ ਸਮਾਂ ਹੁੰਦਾ, ਵਿਸ਼ੇਸ਼ ਕਰਕੇ ਚਾਕਰਾਂ ਨੂੰ ਲਾਇਆ ਜਾਂਦਾ। ਦਿਹਾੜੀਦਾਰ ਮਜ਼ਦੂਰ ਜਿਹਨੂੰ ਬੋਲਦੇ ਨਾ, ਉਹਨੂੰ ਚਾਕਰ ਅਸਲ ਦੇ ਵਿੱਚ ਕਿਹਾ ਜਾਂਦਾ। ਉਹਨੂੰ ਮਾਇਆ ਦੇ ਦਿੰਦੇ ਕਿ ਭਾਈ ਆ ਮਾਇਆ ਲੈ, ਮਾਇਆ ਲੈ ਕਰਕੇ ਆ ਦਿਹਾੜੀ ਦਾ ਕੰਮ ਕਰ ਦਿਆ। ਇਹਨੂੰ ਪਿਆਰਿਓ ਚਾਕਰ ਕਿਹਾ ਜਾਂਦਾ। ਤੇ ਨੌਕਰ ਉਹਨੂੰ ਕਹਿੰਦੇ ਹਨ ਕਿ ਨੌਕਰ ਪੇਸ਼ਾ ਜੋ ਬੰਦੇ ਹੁੰਦੇ, ਉਹਨੂੰ ਫਿਰ ਦਿਹਾੜੀਦਾਰ ਉਹ ਨਹੀਂ ਹੁੰਦੇ। ਜਿਸ ਤਰ੍ਹਾਂ ਕਿ ਜੇ ਆਪਾਂ ਤਖਤ ਸਾਹਿਬ ਜੀ ਦੀ ਜੋ ਪ੍ਰਬੰਧਕੀ ਕਮੇਟੀ ਵੱਲੋਂ ਜਿਸ ਤਰ੍ਹਾਂ ਕਿ ਡਿਊਟੀਆਂ ਤੇ ਲੋਕਾਂ ਨੂੰ ਲਾਇਆ ਜਾਂਦਾ ਹੈ, ਇੱਕ ਜੋ ਹੁੰਦੇ ਹਨ ਡੇਲੀ ਵਿਜਸ ਤੌਰ ਤੇ ਉਹਨਾਂ ਨੂੰ ਪਿਆਰਿਓ ਚਾਕਰ ਕਹਿ ਸਕਦੇ ਆ। ਤੇ ਇੱਕ ਜਿਹੜੇ ਨੌਕਰ ਹੁੰਦੇ ਹਨ, ਨੌਕਰ ਜਿਹੜੇ ਉਹ ਪਰਮਨੈਂਟ ਜਿਹੜੇ ਸੇਵਾਦਾਰ, ਉਹਨਾਂ ਨੂੰ ਫਿਰ ਤੁਸੀਂ ਛੇਤੀ ਕੀਤਿਆਂ ਕੱਢ ਨਹੀਂ ਸਕਦੇ। ਉਹ ਫਿਰ ਸਦਾ ਵਾਸਤੇ ਤੁਹਾਡੇ ਕੋਲ ਨੌਕਰੀ ਕਰਦੇ ਹਨ।
ਲੇਕਿਨ ਉਹਨਾਂ ਨੂੰ ਵੀ ਜੇ ਉਹ ਕੋਈ ਗਲਤੀ ਹੋ ਜਾਵੇ, ਕੁਝ ਹੋ ਜਾਵੇ, ਤੇ ਉਹਨਾਂ ਨੂੰ ਆਪਾਂ ਕੱਢ ਸਕਦੇ ਹਾਂ, ਸਸਪੈਂਡ ਜਾਂ ਡਿਸਮਿਸ ਕਰ ਸਕਦੇ ਹਾਂ। ਤੇ ਇਸ ਤੋਂ ਵੀ ਅੱਗੇ ਹੁੰਦਾ ਪਿਆਰਿਓ ਗੁਲਾਮ। ਗੁਲਾਮ ਦਾ ਮਤਲਬ ਹੁੰਦਾ ਕਿ ਜਿਹੜਾ ਇੱਕ ਵਾਰੀ ਬੰਦੇ ਨੂੰ ਪਹਿਲੇ ਜ਼ਮਾਨੇ ਦੇ ਵਿੱਚ ਕੋਈ ਬੱਚਾ ਹੈ, ਕੋਈ ਗੁਲਾਮ, ਜਿਹੜਾ ਗੁਲਾਮ ਵਿਕਿਆ ਕਰਦੇ ਸਨ, ਗੁਲਾਮ ਨੂੰ ਜੇ ਤੁਸੀਂ ਖਰੀਦ ਲਓ ਉਹ ਸਦਾ ਵਾਸਤੇ ਤੁਹਾਡਾ ਗੁਲਾਮ ਬਣ ਜਾਂਦਾ। ਤੇ ਚਾਕਰੀ ਕਰਨ ਵਾਲਾ ਵੀ ਜਾ ਸਕਦਾ, ਸੇਵਕ ਵੀ ਜਿਹੜਾ ਹੈ ਤੁਹਾਡੀ ਸੇਵਾ ਛੱਡ ਕਰਕੇ ਜਾ ਸਕਦਾ, ਨੌਕਰ ਵੀ ਜਿਹੜਾ ਉਹਦੇ ਮਨ ਵਿੱਚ ਆ ਜਾਵੇ ਉਹ ਇਸਤੀਫਾ ਦੇ ਕਰਕੇ ਉਹ ਚੱਲ ਜਾ ਸਕਦਾ। ਲੇਕਿਨ ਜਿਹੜਾ ਗੁਲਾਮ ਬਣ ਗਿਆ ਨਾ ਪਿਆਰਿਓ, ਗੁਲਾਮ, ਉਹ ਕਦੇ ਵੀ ਉਹ ਦਰ ਨੂੰ ਛੱਡ ਕੇ ਨਹੀਂ ਜਾ ਸਕਦਾ। ਤੇ ਫਿਰ ਕਈ ਵਾਰੀ ਕੀ ਕਰਦੇ ਹਨ ਕਿ ਕੋਈ ਗੁਲਾਮ ਜਦੋਂ ਖਰੀਦ ਲੈਣਾ, ਉਹਨਾਂ ਦੇ ਮਸਤਕ ਦੇ ਉੱਤੇ ਜਿਸ ਤਰ੍ਹਾਂ ਕਿ ਸਰਕਾਰੀ ਮੋਹਰ ਹੁੰਦੀ ਹੈ, ਸਟੈਂਪ ਲਾਉਂਦੇ, ਇਸ ਤਰ੍ਹਾਂ ਲੋਹਾ ਜਿਹੜਾ ਹੈ ਉਹਨੂੰ ਪਿਘਲਾ ਕਰਕੇ, ਗਰਮ ਕਰਕੇ ਉਹਦੇ ਮੱਥੇ ਦੇ ਉੱਤੇ ਦਾਗ ਦੇ ਦਿੱਤਾ ਜਾਂਦਾ, ਭਾਵ ਕਿ ਇਹ ਪੱਕਾ ਹੁਣ ਸਾਡਾ ਗੁਲਾਮ ਬਣ ਗਿਆ। ਫਿਰ ਉਹ ਗੁਲਾਮ ਪਿਆਰਿਓ ਮਾਲਕ ਦਾ ਦਰ ਛੱਡ ਕੇ ਦੂਜੇ ਪਾਸੇ ਵੀ ਚੱਲ ਜਾਵੇ। ਤੇ ਕਈ ਵਾਰੀ ਬੰਦਾ ਤਾਂ ਕਹਿ ਦਿੰਦਾ ਹਾਂ ਕਹਿਣ ਵਾਸਤੇ, ਨਹੀਂ ਜੀ ਮੈਂ ਉਹਦੀ ਨੌਕਰੀ ਛੱਡ ਦਿੱਤੀ, ਜਾਂ ਮੈਂ ਉਹਦੇ ਕੋਲ ਤਾਂ ਕੰਮ ਹੀ ਨਹੀਂ ਕਰਦਾ। ਲੇਕਿਨ ਜਿਨ੍ਹਾਂ ਦੇ ਮਸਤਕ ਦੇ ਉੱਤੇ ਦਾਗ ਦਗਾਨਾ, ਦਾਗ, ਤੇਰਾ ਕੀ ਇਤਬਾਰ, ਤੇਰਾ ਕੀ ਭਰੋਸਾ, ਤੂੰ ਤਾਂ ਫਲਾਣੇ ਬੰਦੇ ਦਾ ਤੂੰ ਗੁਲਾਮ ਸੀ, ਉਹਦਾ ਦਰ ਛੱਡ ਕੇ ਮੇਰੇ ਕੋਲ ਆ ਗਿਆ, ਹੁਣ ਅੱਗੇ ਵੀ ਤੂੰ ਜਾ ਸਕਦਾ। ਕਹਿਣ ਦਾ ਭਾਵ ਕਿ ਇੱਕ ਵਾਰੀ ਜਿਹੜਾ ਗੁਲਾਮ ਬਣ ਗਿਆ ਨਾ ਜਿਸ ਦਰ ਦਾ, ਉਹ ਸਦਾ ਵਾਸਤੇ ਉਹ ਹੀ ਦਰ ਦਾ ਗੁਲਾਮ ਰਹਿੰਦਾ। ਕਈ ਵਾਰੀ ਉਹਨਾਂ ਦੀ ਪੀੜ੍ਹੀ ਦਰ ਪੀੜ੍ਹੀ ਜੋ ਹੈ ਉਹ ਗੁਲਾਮਾਂ ਦੀ ਹੁੰਦੀ ਹੈ, ਪੀੜ੍ਹੀ ਦਰ ਪੀੜ੍ਹੀ ਉਸ ਦਰ ਦੀ ਉਹ ਨੌਕਰੀ ਕਰਦੇ ਹਨ, ਗੁਲਾਮਗਿਰੀ ਕਰਦੇ ਹਨ। ਤੇ ਜਿਨ੍ਹਾਂ ਨੂੰ ਮੁੱਲ ਖਰੀਦ ਲੈਂਦੇ ਤੇ ਉਹਨਾਂ ਨੂੰ ਗੁਲਾਮ ਕਿਹਾ ਜਾਂਦਾ। ਬੂਝਿਓ ਪ੍ਰਭ ਸੋ ਜਾਤ ਨਿਹਾਰੇ। ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਕਿ ਭਾਈ ਸਵਸਤੇ ਇਹ ਸਿੱਖ ਜਿਹੜਾ ਹੈ ਆਪਣੇ ਬੱਚੇ ਨੂੰ ਲੈ ਕੇ ਜਾ ਰਿਹਾ, ਕੀ ਕੰਮ ਵਾਸਤੇ ਲੈ ਕੇ ਜਾ ਰਿਹਾ? ਮਹਾਰਾਜ ਜੀ ਨੇ ਪੁੱਛਿਆ, ਕਹਾਂ ਚਲੇ ਬਾਰਿਕ ਸੰਗ ਲੀਨਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਸਿੱਖਾ ਆਪਣੇ ਬੱਚੇ ਨੂੰ ਸਵੇਰ ਸਵੇਰ ਕਿੱਥੇ ਲੈ ਕਰਕੇ ਜਾ ਰਿਹਾ ਹੈ? ਕਾਰਜ ਹੈ ਇਸ ਅਧੀਨਾ। ਕੀ ਕੰਮ ਅੜ ਗਿਆ ਜਿਸ ਕਰਕੇ ਤੂੰ ਬੱਚੇ ਨੂੰ ਨਾਲ ਲੈ ਕੇ ਜਾ ਰਿਹਾ? ਕਿਉਂਕਿ ਹਰ ਅੰਤਰਜਾਮੀ ਸਭ ਵਿਦ ਜਾਣਾ ਹੈ। ਮਹਾਰਾਜ ਨੂੰ ਤਾਂ ਪਤਾ ਸੀ, ਫਿਰ ਵੀ ਸਤਿਗੁਰੂ ਮਹਾਰਾਜ ਇਹ ਤੋਂ ਕਹਾਉਣ ਵਾਸਤੇ ਮਹਾਰਾਜ ਜੀ ਨੇ ਪੁੱਛਣਾ ਕੀਤਾ। ਸਿੱਖ ਭਨਿਓ ਤੁਮ ਅੰਤਰਜਾਮੀ। ਆਤੋਂ ਸਿੱਖ ਕਹਿੰਦਾ, ਸਤਿਗੁਰੂ ਮਹਾਰਾਜ ਵਾਹ ਕਮਾਲ ਦੀ ਗੱਲ ਕਰਦੇ ਹੋ, ਮੈਨੂੰ ਵਡਿਆਈ ਦਿੰਦੇ ਹੋ, ਪੁੱਛਦੇ ਹੋ, ਲੇਕਿਨ ਆਪ ਤਾਂ ਅੰਤਰਜਾਮੀ ਹੋ। ਹਮਕੋ ਕਿਆ ਪੁੱਛਤ ਹੋ ਸੁਆਮੀ। ਹੇ ਸੁਆਮੀ, ਹੇ ਮਾਲਕ ਜੀਓ, ਸਾਨੂੰ ਆਪ ਜੀ ਕੀ ਪੁੱਛਦੇ ਹੋ? ਹਾਂ, ਜਿਹੜਾ ਅਣਜਾਣ ਹੋਵੇ, ਜਿਹਨੂੰ ਕੁਝ ਪਤਾ ਨਾ ਹੋਵੇ, ਉਹਨੂੰ ਕਹਿਣਾ, ਉਹਨੂੰ ਸਮਝਾਉਣਾ ਬਣਦਾ ਹੈ, ਲੇਕਿਨ ਜਿਹੜਾ ਅੰਤਰਜਾਮੀ ਹੈ ਉਹਨੂੰ ਅਸੀਂ ਕੀ ਮੂੰਹ ਲੈ ਕਰਕੇ ਬੋਲਣਾ ਕਰੀਏ? ਸੋ ਬਾਰਿਕ ਪ੍ਰਭ ਨਿਕਟ ਹਕਾਰਾ। ਸਤਿਗੁਰੂ ਮਹਾਰਾਜ ਫਿਰ ਮੁਸਕਰਾ ਕਰਕੇ, ਉਹ ਜੋ ਬੱਚਾ ਨਾ ਜਿਹਦਾ ਨਾਮ ਲਾਲਾ ਹੈ, ਲਾਲਾ, ਮਹਾਰਾਜ ਜੀ ਨੇ ਲਾਲੇ ਨੂੰ ਆਪਣੇ ਕੋਲ ਬੁਲਾਇਆ। ਪਕੜ ਕੇ ਬਚਨ ਉਚਾਰਾ। ਉਹਦੀ ਬਾਹ ਫੜ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ। ਮਾਤ ਪਿਤਾ ਲਈ ਅਬ ਤੁਝ ਜਾਹੀ। ਸਤਿਗੁਰੂ ਜੀ ਕਹਿਣ ਲੱਗੇ ਕਿ ਲਾਲਿਆ, ਆ ਤੇਰੀ ਮਾਂ ਤੇ ਤੇਰਾ ਪਿਓ ਜਿਹੜਾ ਤੈਨੂੰ ਲੈ ਕਰਕੇ ਵੇਚेंगे ਬਾਜ਼ਾਰ ਕੇ ਮਾਹੀ। ਤੈਨੂੰ ਇਹਨਾਂ ਨੇ ਜਾ ਕਰਕੇ ਬਾਜ਼ਾਰ ਦੇ ਵਿੱਚ ਵੇਚ ਦੇਣਾ ਹੈ। ਕਿਉਂਕਿ ਇਹ ਪਿਆਰਿਓ ਅੱਜ ਦੀ ਗੱਲ ਨਹੀਂ ਹੈ, ਕਿਉਂਕਿ ਕਈ ਜਿਹੜੇ ਤਰਕਵਾਦੀ ਉਹਨਾਂ ਨੂੰ ਲੱਗੇਗਾ ਕਿ ਐਵੇਂ ਜੀ ਇਹ ਗੱਲ ਬਣਾ ਦਿੱਤੀ, ਬੱਚੇ ਨੂੰ ਵੇਚ ਰਹੇ ਹਨ। ਨਹੀਂ ਪਿਆਰਿਓ, ਅੱਜ ਦੀ ਇਹ ਗੱਲ ਨਹੀਂ ਹੈ, ਇਹ ਪਹਿਲਾਂ ਦੀ ਗੱਲ ਹੈ। ਅੰਗਰੇਜ਼ਾਂ ਦੇ ਵੇਲੇ ਤੱਕ ਪਿਆਰਿਓ ਗੁਲਾਮ ਜਿਹੜੇ ਹਨ ਉਹ ਵਿਕਿਆ ਕਰਦੇ ਸਨ, ਲੋਕੀ ਉਹਨਾਂ ਗੁਲਾਮਾਂ ਨੂੰ ਖਰੀਦਦੇ ਸਨ। ਆ ਅਹਿਮਦ ਸ਼ਾਹ ਅਬਦਾਲੀ, ਇਹਨਾਂ ਤੁਰਕਾਂ ਨੇ ਪਿਆਰਿਓ, ਤੇ ਇਹ ਤਾਂ ਗੁਲਾਮ ਹੋ ਗਿਆ, ਬੰਦੇ ਹੋ ਗਏ। ਇਸ ਤਰ੍ਹਾਂ ਹੀ ਜਨਾਨੀਆਂ ਜੋ ਹਨ, ਇਸਤਰੀਆਂ ਨੂੰ ਵੀ, ਬੀਬੀਆਂ ਨੂੰ ਵੀ ਉਹ ਫੜ ਫੜ ਕਰਕੇ, ਸੋਹਣੀਆਂ ਸੋਹਣੀਆਂ ਇਸਤਰੀਆਂ ਨੂੰ ਜਾ ਕਰਕੇ ਇਹ ਗਜਨੀ ਦੇ ਬਾਜ਼ਾਰ ਦੇ ਵਿੱਚ, ਉਹ ਗਜਨੀ ਜਿਹੜਾ ਹੈ ਅਫਗਾਨਿਸਤਾਨ ਉਸ ਪਾਸੇ ਵੱਜਦਾ, ਕੋਈ ਬਹੁਤ ਵੱਡਾ ਪਿਆਰਿਓ ਖੇਤਰ ਨਹੀਂ ਹੈ। ਤੇ ਫਿਰ ਮੁਹੰਮਦ ਗਜਨੀ ਜਿਹੜਾ ਹੈ ਜਿੱਥੋਂ ਆਇਆ ਸੀ, ਗਜਨੀ ਇਲਾਕਾ ਹੈ, ਇੱਕ ਛੋਟਾ ਜਿਹਾ ਜ਼ਿਲ੍ਹਾ ਹੈ।
ਉੱਥੇ ਪਿਆਰਿਓ ਬਹੁਤ ਵੱਡੀ ਮੰਡੀ ਲੱਗਦੀ ਸੀ, ਬਹੁਤ ਵੱਡਾ ਬਾਜ਼ਾਰ ਲੱਗਦਾ। ਫਿਰ ਇਹ ਇੱਥੇ ਕੀ ਕਰਦੇ ਹਨ, ਹਿੰਦੂ ਬਹੁ ਬੇਟੀਆਂ ਜੋ ਹਨ ਉਹਨਾਂ ਦੀ ਬੇਪਤੀ ਕਰਨ ਵਾਸਤੇ ਉਹਨਾਂ ਬੱਚੀਆਂ ਨੂੰ, ਧੀਆਂ ਨੂੰ, ਚੰਗੀਆਂ ਵਧੀਆ ਕੁਲ ਦੀਆਂ ਇਸਤਰੀਆਂ ਨੂੰ ਲੈ ਕਰਕੇ ਗਜਨੀ ਦੇ ਬਾਜ਼ਾਰ ਜਾਂ ਔਰ ਜਿਹੜਾ ਅਰਬ ਦੇ ਬਾਜ਼ਾਰ ਦੇ ਵਿੱਚ ਜਾ ਕਰਕੇ ਵੇਚ ਦੇਣਾ। ਤੇ ਫਿਰ ਲੋਕੀ ਕੀ ਕਰਦੇ ਸਨ, ਆਪਣੀ ਅਯਾਸ਼ੀਆਂ ਵਾਸਤੇ, ਮੰਦ ਕਰਮ ਵਾਸਤੇ ਉਹਨਾਂ ਇਸਤਰੀਆਂ ਨੂੰ ਫੜ ਕਰਕੇ ਰੱਖ ਲੈਂਦੇ ਜਨਾਨਖਾਨੇ ਤੇ ਆਪਣੇ ਹਰਮ ਦੇ ਵਿੱਚ ਰੱਖ ਕਰਕੇ ਉਹਨਾਂ ਦੀ ਬੇਪਤੀ ਕਰਦੀ ਹੈ। ਤੇ ਉਹਨਾਂ ਜ਼ਮਾਨਿਆਂ ਦੀ ਪਿਆਰਿਓ ਇਹ ਗੱਲ ਹੈ, ਇਤਿਹਾਸ ਦੇ ਵਿੱਚ ਬਚਨ ਆਉਂਦਾ ਕਿ ਗਜਨੀ ਦੇ ਬਾਜ਼ਾਰ ਦੇ ਵਿੱਚ ਕੁਕੜੀ ਜਿਹੜੀ ਹੈ ਉਹ ਤੁਹਾਨੂੰ ਸਸਤੀ, ਉਹ ਤੁਹਾਨੂੰ ਜੋ ਹੈ ਮਹਿੰਗੀ ਮਿਲ ਜਾਵੇਗੀ, ਲੇਕਿਨ ਜੇ ਤੁਸੀਂ ਹਿੰਦੁਸਤਾਨੀ ਲੜਕੀ ਨੂੰ ਖਰੀਦਣਾ ਉਹ ਤੁਹਾਨੂੰ ਕੁਕੜੀ ਤੋਂ ਵੀ ਹੇਠ ਘੱਟ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ। ਦੇਖੋ ਕਿਹੋ ਜਿਹਾ ਇਹ ਅਜਬ ਤਮਾਸ਼ਾ ਹੈ। ਅੱਜ ਵੀ ਕੁਕੜ ਜਾਂ ਕੁਕੜੀਆਂ ਆਪਾਂ ਖਰੀਦਦੇ ਹਾਂ, ਕਿੰਨਾ ਮੁੱਲ ਹੈ, ਲੇਕਿਨ ਉਹ ਪਿਆਰਿਓ ਜੋ ਚੀਜ਼ ਦਾ ਬਹੁਤ ਜ਼ਿਆਦਾ ਪੈਮਾਨੇ ਤੇ ਜਦੋਂ ਬਾਜ਼ਾਰ ਦੇ ਵਿੱਚ ਆ ਜਾਂਦੀ ਨਾ ਉਹ ਚੀਜ਼, ਉਹਦਾ ਰੇਟ ਜਿਹੜਾ ਡਾਊਨ ਹੋ ਜਾਂਦਾ, ਰੇਟ ਉਹਦਾ ਘਟ ਜਾਂਦਾ। ਆਪਾਂ ਦੇਖੋ ਸਬਜ਼ੀਆਂ ਵੀ ਤੱਕਦੇ ਆ ਤੇ ਕਈ ਵਾਰੀ ਦੇਖੋ ਆਮ ਆਪਾਂ ਕਾਂਦਾ ਪਿਆਜ਼ ਲੈਣਾ ਤੇ 7-8 ਰੁਪਏ ਕਿਲੋ ਆਮ ਮਿਲ ਜਾਂਦਾ, ਲੇਕਿਨ ਕਈ ਵਾਰੀ ਜਦੋਂ ਉਹ ਮਾਲ ਸਟਾਕ ਜਦੋਂ ਖਤਮ ਹੋ ਜਾਵੇ, ਮਾਲ ਖਰਾਬ ਹੋ ਜਾਵੇ, ਕੋਈ ਜਿਹੜਾ ਪਿਆਰਿਓ ਜੋ ਆਪਾਂ 7-8 ਰੁਪਏ ਕਿਲੋ ਦੇ ਭਾਅ ਦੇ ਵਿੱਚ ਲੈਂਦੇ, ਕੋਈ ਫਿਰ ਸਾਨੂੰ 100-150 ਰੁਪਏ ਤੱਕ ਇੰਨੀ ਮਾਇਆ ਖਰਚ ਨਹੀਂ ਪੈਂਦੀ। ਕਹਿਣ ਦਾ ਭਾਵ ਕਿ ਜਦੋਂ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਜਦੋਂ ਆ ਸਬਜ਼ੀ ਕਾਂਦਾ ਪਿਆਜ਼ ਆ ਜਾਂਦਾ ਉਹਦੇ ਰੇਟ ਘਟ ਜਾਂਦੇ। ਇਹਦਾ ਮਤਲਬ ਇਹ ਹੈ ਕਿ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਲੜਕੀਆਂ ਇੰਨੇ ਲੱਖਾਂ ਦੀ ਤਾਦਾਦ ਦੇ ਵਿੱਚ ਜਾ ਕਰਕੇ ਉੱਥੇ ਵੇਚ ਦਿੰਦੇ ਸਨ, ਤਾਂ ਕਰਕੇ ਕੁਕੜੀ ਦਾ ਰੇਟ ਜਿਹੜਾ ਹੈ ਉਹ ਮਹਿੰਗਾ ਤੇ ਹਿੰਦੁਸਤਾਨੀ ਲੜਕੀ ਦਾ ਰੇਟ ਘੱਟ ਤੁਹਾਨੂੰ ਮਿਲ ਜਾਂਦਾ। ਇਹਨਾਂ ਨੇ ਬੇਪਤੀ ਕਰਨੀ ਕੀਤੀ ਜ਼ਾਲਮਾਂ ਨੇ, ਦੁਸ਼ਟਾਂ ਨੇ, ਲੇਕਿਨ ਧੰਨ ਹਨ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ। ਤੇ ਜਦੋਂ ਵੀ ਪਿਆਰਿਓ ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਆਦਿਕ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਲੁੱਟ ਕਰਕੇ ਲੈ ਕੇ ਜਾਂਦੇ, ਜਾਣਾ ਪਿਆਰਿਓ ਇਹਨਾਂ ਨੂੰ ਪੰਜਾਬ ਦੀ ਧਰਤੀ ਤੋਂ ਪੈਂਦਾ ਸੀ। ਤੇ ਫਿਰ ਗੁਰੀਲਾ ਹਮਲਾ, ਛਾਪੇਮਾਰ ਹਮਲਾ ਕਰਕੇ ਰਾਤ ਬੇਰਾਤ ਉਹਨਾਂ ਨੂੰ ਮਾਰ ਮੁਕਾ ਕਰਕੇ ਬੱਚੀਆਂ ਨੂੰ ਛੁਡਾ ਕੇ ਲੈ ਕੇ ਆਉਣਾ ਤੇ ਸਤਿਕਾਰ ਦੇ ਨਾਲ ਉਹਨਾਂ ਦੇ ਘਰ ਘਰ ਤੱਕ ਪਹੁੰਚਾਉਣਾ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਪਿਆਰਿਓ ਇਸ ਤਰ੍ਹਾਂ ਬਹੁਤ ਵੱਡੀਆਂ ਮੁਹਿੰਮਾਂ ਦੇ ਵਿੱਚ ਉਹਨਾਂ ਨੇ ਹਿੱਸਾ ਪ੍ਰਾਪਤ ਕਰਨਾ ਕੀਤਾ। ਇੱਕ ਵਾਰੀ ਪਿਆਰਿਓ 20-22 ਹਜ਼ਾਰ ਦੇ ਕਰੀਬ ਹਿੰਦੁਸਤਾਨ ਦੀਆਂ ਲੜਕੀਆਂ ਨੂੰ ਲੁੱਟ ਕਰਕੇ ਲੈ ਕੇ ਜਾ ਰਹੇ ਸਨ। ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜਦੋਂ ਪਤਾ ਚੱਲਿਆ ਤਾਂ ਬਾਬਾ ਜੀ ਨੇ ਆਪਣਾ ਸ਼ਹੀਦੀ ਜਥਾ ਲੈ ਕਰਕੇ ਹੱਲਾ ਕਰਨਾ ਕੀਤਾ। ਉਹਨਾਂ ਬੱਚੀਆਂ ਨੂੰ 20-22 ਹਜ਼ਾਰ ਦੀ ਗਿਣਤੀ ਦੇ ਵਿੱਚ ਬੱਚੀਆਂ ਨੂੰ ਛੁਡਾ ਕਰਕੇ ਉਹਨਾਂ ਨੂੰ ਘਰਾਂ ਤੱਕ ਉਹਨਾਂ ਨੂੰ ਜਾ ਕਰਕੇ ਪਹੁੰਚਾਉਣਾ ਕੀਤਾ ਹੈ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਪਿਆਰਿਓ ਹਿੰਦੁਸਤਾਨ ਦੀ ਸ਼ਾਨ ਵਾਸਤੇ, ਹਿੰਦੁਸਤਾਨ ਦੀ ਲੁੱਟਦੀ ਹੋਈ ਆਬਰੂ ਦੇ ਵਾਸਤੇ, ਬਚਾਉਣ ਦੇ ਵਾਸਤੇ ਬਹੁਤ ਸਾਰੇ ਯਤਨ ਕਰਨੇ ਕੀਤੇ। ਨਿਜ ਖਾਵੰਦ ਕੀ ਸੇਵਾ ਕਰ ਹੈ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਦੇਖ ਬੱਚਾ, ਲਾਲਾ ਤੈਨੂੰ ਤੇਰੇ ਮਾਪਿਓ ਜਿਹੜੇ ਵੇਚ ਰਹੇ ਹਨ, ਹੁਣ ਤੂੰ ਕੀ ਕਰੇਗਾ? ਹੁਣ ਤੇਰਾ ਕੰਮ ਹੈ ਇੱਕ ਵਾਰੀ ਜਿਹੜਾ ਹੈ ਗੋਲਾ ਬਣ ਜਾਵੇ, ਗੁਲਾਮ ਬਣ ਜਾਵੇ, ਉਹਦਾ ਫਿਰ ਫਰਜ਼ ਬਣਦਾ ਆਪਣਾ ਖਾਵੰਦ, ਆਪਣਾ ਜੋ ਮਾਲਕ ਹੈ ਉਹਦੀ ਸੇਵਾ ਕਰਨੀ ਹੈ। ਕਿਉਂਕਿ ਦਾਸ ਨੇ ਪਿਆਰਿਓ ਪਹਿਲਾਂ ਹੀ ਆਪ ਜੀ ਨੂੰ ਕਹਿ ਦਿੱਤਾ, ਦੱਸ ਦਿੱਤਾ ਕਿ ਨੌਕਰ ਜਿਹੜਾ ਉਹ ਛੱਡ ਸਕਦਾ, ਸੇਵਕ ਜਿਹੜਾ ਦਰ ਨੂੰ ਛੱਡ ਕਰਕੇ ਜਾ ਸਕਦਾ, ਚਾਕਰ ਜਿਹੜਾ ਚਾਕਰੀ ਨੂੰ ਛੱਡ ਕਰਕੇ ਜਾ ਸਕਦਾ, ਲੇਕਿਨ ਇੱਕ ਵਾਰੀ ਜਿਹੜਾ ਗੁਲਾਮ ਬਣ ਜਾਵੇ, ਉਹ ਗੁਲਾਮ ਜਿਹੜਾ ਹੈ, ਮਹਾਰਾਜ ਜੀ ਨੇ ਕਿਹਾ ਨਾ, ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ, ਕਿ ਜਿਸ ਤਰ੍ਹਾਂ ਕਿ ਇੱਕ ਵਾਰੀ ਕਿਤੇ ਘਰ ਦਾ ਕੋਈ ਗੁਲਾਮ ਬਣ ਜਾਵੇ, ਉਹ ਗੁਲਾਮ ਆਪਣੇ ਮਾਲਕ ਖਾਵੰਦ ਨੂੰ ਕਹਿੰਦਾ, ਮਾਲਕਾ ਭਾਵੇਂ ਮੈਨੂੰ ਮਾਰ ਦੇ, ਭਾਵੇਂ ਮੈਨੂੰ ਰੱਖ ਲੈਣਾ ਕਰ, ਹੁਣ ਮੇਰੀ ਜ਼ਿੰਦਗੀ ਮੇਰੀ ਨਹੀਂ ਹੈ, ਹੁਣ ਇਹ ਜਨਮ ਤੁਮਾਰੇ ਲੇਖੇ, ਮੇਰੀ ਜ਼ਿੰਦਗੀ ਹੁਣ ਤੇਰੇ ਹੱਥਾਂ ਦੀ ਗੁਲਾਮ ਬਣ ਗਈ ਹੈ।
ਤੂੰ ਰੱਖਣਾ ਤਾਂ ਰੱਖ, ਜੇ ਤੂੰ ਮਾਰਨਾ ਤਾਂ ਮੈਨੂੰ ਮਾਰ ਦੇਣਾ ਕਰ। ਗੁਲਾਮ ਪਿਆਰਿਓ ਕਦੇ ਵੀ ਮਾਲਕ ਦਾ ਦਰ ਜਿਹੜਾ ਨਹੀਂ ਛੱਡ ਸਕਦਾ। ਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਬੱਚਾ ਦੇਖ ਤੈਨੂੰ ਵੇਚ ਰਹੇ ਹਨ, ਆਪਣੇ ਮਾਲਕ ਦੀ ਤੂੰ ਸੇਵਾ ਕਰਨਾ ਕਰ। ਚੱਕੀ ਪੀਸੈ ਪਾਣੀ ਭਰਹਿ। ਕਿਉਂਕਿ ਪਹਿਲੇ ਜ਼ਮਾਨਿਆਂ ਦੇ ਵਿੱਚ, ਅੱਜ ਤਾਂ ਪਿਆਰਿਓ ਇਹਨਾਂ ਚੀਜ਼ਾਂ ਦਾ ਬਹੁਤ ਵਧੀਆ ਸਾਧਨ ਬਣ ਗਿਆ। ਪਹਿਲੇ ਇਹੋ ਜਿਹੇ ਕਾਮੇ ਲਾਏ ਜਾਂਦੇ ਸਨ, ਗੁਲਾਮਾਂ ਤੋਂ ਇਹੋ ਜਿਹਾ ਕੰਮ ਕਰਾਇਆ ਜਾਂਦਾ, ਤੇ ਚੱਕੀ ਪੀਸਣਾ, ਪਾਣੀ ਆਦਿਕ ਭਰਨਾ। ਮਹਾਰਾਜ ਜੀ ਬੱਚੇ ਨੂੰ ਸੰਬੋਧਨ ਕਰਕੇ ਕਹਿ ਰਹੇ, ਲਾਲਾ ਆਪਣੇ ਮਾਲਕ ਦੇ ਘਰ ਦੇ ਵਿੱਚ ਜਾ ਕਰਕੇ ਚੱਕੀ ਪੀਣਾ ਕਰ, ਪਾਣੀ ਢੋਣਾ ਕਰ। ਬਿੰਜਨ ਫੇਰਹਿ ਕਰ ਪਗ ਚਾਂਪੀ। ਆਪਣੇ ਮਾਲਕ ਤੇਰਾ ਥੱਕ ਜਾਵੇ। ਗੁਲਾਮਾਂ ਦਾ ਆਹੀ ਕੰਮ ਹੁੰਦਾ ਸੀ, ਇਹੀ ਕੰਮ ਵਾਸਤੇ ਲੋਕੀ ਗੁਲਾਮਾਂ ਨੂੰ ਆਪਣੇ ਘਰ ਵਿੱਚ ਰੱਖਿਆ ਕਰਦੇ। ਤੇ ਫਿਰ ਜਦੋਂ ਮਾਲਕ ਥੱਕ ਜਾਵੇ, ਬਹਿ ਜਾਵੇ, ਤਾਂ ਫਿਰ ਪਿਆਰਿਓ ਉਹਦੇ ਪੈਰ ਦਬਨੇ, ਮੁੱਠੀ ਚਾਂਪੀ ਕਰਨੀ ਹੈ। ਆਇਸ ਮੂਰਹਿ ਨਹੀਂ ਕਦਾਪੀ। ਗੁਲਾਮ ਜਿਹੜਾ ਕਦੇ ਵੀ ਆਪਣੇ ਮਾਲਕ ਦੀ ਆਗਿਆ ਨਹੀਂ ਮੋੜ ਸਕਦਾ। ਸੇਵਕ ਮੋੜ ਸਕਦਾ ਹੈ, ਚਾਕਰ ਮੋੜ ਸਕਦਾ, ਲੇਕਿਨ ਗੁਲਾਮ ਜਿਹੜਾ ਆਪਣੇ ਮਾਲਕ ਦੀ ਆਗਿਆ ਨੂੰ ਨਹੀਂ ਮੋੜ ਸਕਦਾ। ਇਸ ਤਰ੍ਹਾਂ ਉਹ ਆਪਣੇ ਮਾਲਕ ਦੀ ਜਾ ਕਰਕੇ ਤੂੰ ਗੁਲਾਮੀ ਕਰਨਾ ਕਰ। ਹਾਥ ਬੰਦ ਸਿਸ ਗਿਰਾ ਉਚਾਰੀ। ਹੱਥ ਜੋੜ ਕਰਕੇ ਅੱਗੋਂ ਬੱਚੇ ਨੇ, ਲਾਲੇ ਨੇ ਬਚਨ ਕੀਤਾ। ਰਹੂੰ ਖਸਮ ਆਇਸ ਅਨੁਸਾਰੀ। ਕਹਿੰਦਾ ਸਤਿਗੁਰੂ ਮਹਾਰਾਜ ਜਿਸ ਤਰ੍ਹਾਂ ਆਪ ਜੀ ਬੋਲਦੇ ਨਾ, ਇਸ ਤਰ੍ਹਾਂ ਹੀ ਮੈਂ ਆਪਣੇ ਖਸਮ ਦੇ, ਆਪਣੇ ਮਾਲਕ ਦੇ ਅਨੁਸਾਰੀ ਬਣ ਕੇ ਰਵਾਂਗਾ। ਤਹਿ ਛਿਨ ਸੁਨ ਕੇ ਕਿਰਪਾ ਨਿਧਾਨਾ। ਤਹਿ ਛਿਨ ਸੁਨ ਕੇ ਕਿਰਪਾ ਨਿਧਾਨਾ। ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਨਿਧਾਨ ਸਤਿਗੁਰੂ ਮਹਾਰਾਜ ਜੀ ਨੇ ਸ਼੍ਰੀ ਮੁਕਤੇ ਇੱਕ ਸ਼ਬਦ ਬਖਾਨਾ। ਸਤਿਗੁਰੂ ਮਹਾਰਾਜ ਜੀ ਨੇ ਇਸ ਪਰਪੇਖ ਦੇ ਵਿੱਚ, ਇਸ ਪਰਥਾਏ ਮਹਾਰਾਜ ਜੀ ਨੇ ਮਾਰੂ ਰਾਗ ਦੇ ਵਿੱਚ ਇੱਕ ਸ਼ਬਦ ਦਾ ਉਚਾਰਨ ਕਰਨਾ ਕੀਤਾ ਹੈ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਚਾਰਨ ਕਰਦੇ ਹਨ। ਮੁੱਲ ਖਰੀਦੀ ਲਾਲਾ ਗੋਲਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਮੁੱਲ ਖਰੀਦੀ ਲਾਲਾ ਗੋਲਾ, ਕਿ ਪ੍ਰਮਾਤਮਾ ਨੇ ਮੈਨੂੰ ਮੁੱਲ ਖਰੀਦ ਨਾ ਕੀਤਾ। ਇਹ ਜੋ ਸ਼ਬਦ ਹੈ ਨਾ, ਇਸ ਪਰਥਾਏ ਮਹਾਰਾਜ ਜੀ ਨੇ ਉਚਾਰਨ ਕਰਨਾ ਕੀਤਾ। ਇਹਦੇ ਪਿਆਰਿਓ ਜ਼ਿਆਦਾ ਕਰਕੇ ਦੋ ਤਰ੍ਹਾਂ ਦੇ ਅਰਥ ਹਨ, ਇੱਕ ਬਾਹਰੀ ਅਰਥ ਹੈ ਤੇ ਇੱਕ ਅੰਤਰੀਵ ਅਰਥ ਹਨ। ਤੇ ਜਿਸ ਤਰ੍ਹਾਂ ਕਿ ਇਹ ਬੱਚਾ ਜਿਹੜਾ ਹੈ, ਬੱਚੇ ਨੂੰ ਉਹਦੇ ਮਾਪਿਓ ਵੇਚਣ ਵਾਸਤੇ ਸੰਸਾਰੀ ਬਾਜ਼ਾਰ ਦੇ ਵਿੱਚ ਵੇਚਣ ਵਾਸਤੇ ਜਾ ਰਹੇ ਸਨ, ਤੇ ਮਹਾਰਾਜ ਜੀ ਨੇ ਉਹਨੂੰ ਸਿੱਖਿਆ ਦਿੱਤੀ ਹੈ ਕਿ ਬੇਟਾ ਤੂੰ ਆਪਣੇ ਖਾਵੰਦ, ਆਪਣੇ ਮਾਲਕ ਦੇ ਦਰ ਘਰ ਦੀ ਨੌਕਰੀ ਕਰਨਾ ਕਰ। ਜੋ ਉਹ ਬੋਲੇ ਨਾ, ਪਾਣੀ ਪੱਖਾ ਫੇਰ, ਪਾਣੀ ਢੋਣਾ ਕਰ, ਤੇ ਨਾਲ ਮੁੱਠੀ ਚਾਂਪੀ ਆਦਿਕ ਕਰਨਾ ਕਰ। ਜੋ ਤੇਰਾ ਖਾਵੰਦ ਤੈਨੂੰ ਕਵੇਗਾ, ਉਹਦੀ ਰਜ਼ਾ ਦੇ ਵਿੱਚ ਤੇਰਾ ਤੂੰ ਚੱਲਣਾ, ਇਹ ਤੇਰਾ ਫਰਜ਼ ਹੈ। ਇੱਕ ਗੁਲਾਮ ਦਾ ਇਹ ਫਰਜ਼ ਬਣਦਾ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਕਹਿਣ ਲੱਗੇ, ਇਹ ਸੰਸਾਰੀ ਲੋਕ, ਕੋਈ ਕਿਹਦਾ ਗੁਲਾਮ ਬਣਿਆ, ਕੋਈ ਕਿਹਦੇ ਦਰ ਦੀ ਚਾਕਰੀ ਕਰ ਰਿਹਾ, ਕੋਈ ਕਿਹਦੇ ਦਰ ਦੀ ਨੌਕਰੀ ਕਰ ਰਿਹਾ। ਮਹਾਰਾਜ ਜੀ ਨੇ ਕਿਹਾ ਕਿ ਮੈਂ ਵੀ ਜੋ ਹਾਂ ਗੁਲਾਮ ਹਾਂ, ਲੇਕਿਨ ਮੈਂ ਗੁਲਾਮ ਆਮ ਕਿਸੇ ਵਿਅਕਤੀ ਦਾ ਨਹੀਂ ਹਾਂ। ਕਈ ਵਾਰੀ ਪਿਆਰਿਓ ਆਪਾਂ ਕਹਿ ਦਿੰਦੇ ਹਾਂ ਜੀ, ਮੈਂ ਜੀ ਫਲਾਣੇ ਦਾ ਗੁਲਾਮ ਬਣ ਗਿਆ, ਮੈਂ ਤਾਂ ਉਹਦੀ ਗੁਲਾਮਗਿਰੀ ਕਰ ਰਿਹਾ ਹਾਂ। ਬੇਸ਼ੱਕ ਪਿਆਰਿਓ ਸੰਸਾਰ ਦੇ ਵਿੱਚ ਕਈ ਗੁਲਾਮ ਬਣਾਉਣ ਵਾਲੇ, ਕਈ ਗੁਲਾਮਗਿਰੀ ਕਰਨ ਵਾਲੇ ਹਨ, ਲੇਕਿਨ ਇਹ ਗੁਲਾਮਗਿਰੀ ਵਿਅਰਥ ਹੈ। ਮਹਾਰਾਜ ਜੀ ਨੇ ਕਿਹਾ ਨਾ, ਜੇ ਗੁਲਾਮੀ ਬਣਨਾ ਤੇ ਕਹਿ ਕਬੀਰ ਗੁਲਾਮ ਘਰ ਕਾ। ਪਰਮਾਤਮਾ ਦੇ ਦਰ ਘਰ ਦਾ ਭਾਈ ਤੂੰ ਗੁਲਾਮ ਬਣਨਾ ਕਰ। ਜੇ ਇਸ ਦਰ ਦੀ ਤੂੰ ਗੁਲਾਮੀ ਕਰੇਗਾ ਤੇ ਸੱਚ ਜਾਣਨਾ ਕਰ, ਤੇਰਾ ਲੋਕ ਤੇ ਪਰਲੋਕ ਸਵਰ ਜਾਵੇਗਾ। ਮਹਾਰਾਜ ਜੀ ਨੇ ਕਿਹਾ, ਜਿਸ ਤਰ੍ਹਾਂ ਬੇਟਾ ਲਾਲਾ ਤੂੰ ਕਿਹਦਾ ਗੁਲਾਮ ਬਣ ਰਿਹਾ ਨਾ, ਅਸੀਂ ਪਹਿਲਾਂ ਹੀ ਪਰਮਾਤਮਾ ਦੇ ਗੁਲਾਮ ਬਣ ਗਏ ਹਾਂ, ਲੇਕਿਨ ਉਹ ਸਾਡੇ ਮਾਲਕ ਨੇ ਮੁੱਲ ਖਰੀਦੀ, ਸਾਨੂੰ ਮੁੱਲ ਦੇ ਕਰਕੇ ਉਹਨੇ ਖਰੀਦਣਾ ਕੀਤਾ। ਸੰਸਾਰ ਦੇ ਵਿੱਚ ਵੀ ਪਿਆਰਿਓ ਜਦੋਂ ਕਿਸੇ ਗੁਲਾਮ ਨੂੰ ਖਰੀਦਦੇ, ਉਹਦੀ ਫਿਰ ਬੋਲੀ ਲੱਗਦੀ ਹੈ। ਉਹਨੂੰ ਬਾਜ਼ਾਰ ਦੇ ਵਿੱਚ ਖੜਾ ਕਰਕੇ ਫਿਰ ਉਹਦੀ ਬੋਲੀ ਪਾਈ ਜਾਂਦੀ, ਤੇ ਜਿਹਦੀ ਸਭ ਤੋਂ ਵੱਡੀ ਬੋਲੀ ਹੋ ਜਾਵੇ
ਜਦੋਂ ਜਿਹੜਾ ਸਭ ਤੋਂ ਜ਼ਿਆਦਾ ਉਹਦੇ ਉੱਤੇ ਮਾਇਆ ਲਾ ਦਵੇ ਉਹ ਗੁਲਾਮ ਜਿਹੜਾ ਉਹਦਾ ਬਣ ਜਾਂਦਾ ਹੈ। ਮਹਾਰਾਜ ਜੀ ਨੇ ਕਿਹਾ ਕਿ ਇਸ ਤਰ੍ਹਾਂ ਹੀ ਅਸੀਂ ਵੀ ਪ੍ਰਮਾਤਮਾ ਦੇ ਦਰ ਤੇ ਗੋਲੇ ਆ, ਲੇਕਿਨ ਪ੍ਰਮਾਤਮਾ ਨੇ ਸਾਨੂੰ ਮੁੱਲ ਦੇ ਕਰਕੇ ਖਰੀਦਣਾ ਕੀਤਾ। ਇਹ ਜੋ ਮੁੱਲ ਹੈ ਨਾ, ਇਹ ਮਾਇਆ ਦਾ ਮੁੱਲ ਨਹੀਂ ਹੈ, ਇਹ ਪ੍ਰੇਮ ਦਾ ਮੁੱਲ ਦੇ ਕਰਕੇ ਪ੍ਰਮਾਤਮਾ ਨੇ ਪ੍ਰੇਮ ਦੀ ਚਟਕ ਲਾ ਕਰਕੇ ਸਾਨੂੰ ਮੁੱਲ ਖਰੀਦਣਾ ਕੀਤਾ। ਮੇਰਾ ਨਾਮ ਸੁਭਾਗਾ, ਲੇਕਿਨ ਮੇਰਾ ਨਾਮ ਜਿਹੜਾ ਅਭਾਗਾ ਨਹੀਂ ਹੈ। ਸੰਸਾਰ ਦੇ ਵਿੱਚ ਪਿਆਰਿਓ ਜਿਹੜੇ ਗੁਲਾਮ ਬਣਦੇ ਹਨ, ਗੋਲੇ ਬਣਦੇ ਹਨ, ਉਹ ਅਭਾਗੇ ਕਹੇ ਜਾਂਦੇ। ਉਹਨਾਂ ਦਾ ਕੀ ਭਾਗ ਹੈ? ਗੋਲਿਆਂ ਦਾ ਪਿਆਰਿਓ ਕੋਈ ਕਿਸਮਤ ਨਹੀਂ ਹੁੰਦੀ, ਕੋਈ ਭਾਗ ਨਹੀਂ ਹੁੰਦਾ, ਸਭ ਤੋਂ ਵੱਡੇ ਅਭਾਗੇ ਮੰਨੇ ਜਾਂਦੇ ਹਨ। ਕਈ ਵਾਰੀ ਦੇਖੋ ਆਪਾਂ ਵੇਖਦੇ ਹਾਂ, ਪਹਿਲੇ ਕਿਸੇ ਜ਼ਮਾਨੇ ਦਾ, ਪੁਰਾਤਨ ਜ਼ਮਾਨੇ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਤਗੜੇ ਤਗੜੇ ਪਿਆਰਿਓ ਹੱਟੇ ਕੱਟੇ ਜੋ ਹਨ, ਰਿਸ਼ਟ ਪੁਸ਼ਟ ਬੰਦੇ, ਇੰਜ ਇਹੋ ਜਿਹੇ ਬੰਦੇ 100 ਬੰਦੇ ਦੇ ਉੱਤੇ ਭਾਰੀ ਪੈਂਦੇ, ਇੰਨੀ ਜ਼ਿਆਦੀ ਉਹਨਾਂ ਦੇ ਅੰਦਰ ਤਾਕਤ ਹੁੰਦੀ ਹੈ। ਇੰਨਾ ਸਭ ਕੁਝ ਰਹਿ ਕਰਕੇ ਉਹ ਮਹਾਬਲੀ ਨਹੀਂ, ਉਹ ਕਿਸੇ ਦੇ ਦਰ ਦੇ ਗੁਲਾਮ ਕਰਕੇ ਅਖਵਾਉਂਦੇ। ਗੁਲਾਮ ਦੀ ਪਿਆਰਿਓ ਕੋਈ ਇੱਜ਼ਤ ਥੋੜੀ ਹੁੰਦੀ ਹੈ। ਸਭ ਤੋਂ ਨਿਕੰਮਾ ਬੰਦਾ, ਸਭ ਤੋਂ ਅਭਾਗਾ ਬੰਦਾ ਜਿਹੜਾ ਹੈ ਗੁਲਾਮ ਮੰਨਿਆ ਜਾਂਦਾ। ਜਿਹੜੇ ਬੱਚੇ ਯਤੀਮ ਹੋ ਜਾਂਦੇ, ਮਾਤਾ ਪਿਤਾ ਦਾ ਸਾਇਆ ਜਿਨ੍ਹਾਂ ਦੇ ਸਰ ਤੋਂ ਉੱਠ ਜਾਂਦਾ, ਉਹੀ ਪਿਆਰਿਓ ਇਹ ਗੁਲਾਮੀ ਪੇਸ਼ੇ ਦੇ ਵਿੱਚ ਜਾਂਦੇ ਸਨ। ਕਹਿਣ ਦਾ ਭਾਵ ਹੈ ਕਿ ਸੰਸਾਰ ਦੇ ਵਿੱਚ ਜਿਹੜੇ ਅਭਾਗੇ ਹੁੰਦੇ ਉਹ ਦੂਜਿਆਂ ਦੀ ਗੁਲਾਮਗਿਰੀ ਕਰਦੇ, ਉਹ ਦੂਜਿਆਂ ਦੇ ਗੁਲਾਮ ਬਣਦੇ। ਲੇਕਿਨ ਸੱਚ ਜਾਣੋ ਪਿਆਰਿਓ, ਜਿਹੜੇ ਗੁਰੂ ਘਰ ਦਾ ਆ ਕਰਕੇ ਗੁਲਾਮ ਬਣ ਜਾਵੇ ਉਹ ਅਭਾਗਾ ਨਹੀਂ ਹੁੰਦਾ। ਜਿਹੜਾ ਗੁਰੂ ਕਾ ਗੁਲਾਮ ਬਣ ਜਾਵੇ, ਗੁਰੂ ਕਾ ਗੋਲਾ ਬਣ ਜਾਵੇ, ਉਹ ਅਭਾਗਾ ਨਹੀਂ, ਉਹ ਸਗੋਂ ਸੁਭਾਗਾ ਬਣ ਜਾਂਦਾ, ਭਾਵ ਕਿ ਸ਼੍ਰੇਸ਼ਟ ਭਾਗਾਂ ਵਾਲਾ ਬਣ ਜਾਂਦਾ। ਮਹਾਰਾਜ ਜੀ ਨੇ ਕਿਹਾ ਮੇਰਾ ਨਾਮ ਸੁਭਾਗਾ, ਮੇਰਾ ਨਾਮ ਜਿਹੜਾ ਸੁਭਾਗਾ ਹੈ, ਸ਼੍ਰੇਸ਼ਟ ਭਾਗਾਂ ਵਾਲਾ ਹੈ। ਗੁਰ ਕੀ ਬਚਨੀ ਹਾਟ ਬਿਕਾਨਾ, ਮੈਂ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਉੱਤੇ, ਗੁਰੂ ਕੀ ਹੱਟੀ ਜੋ ਹੈ ਗੁਰੂ ਘਰ ਦੇ ਉੱਤੇ ਮੈਂ ਵਿਕ ਗਿਆ ਹਾਂ। ਚਿਤ ਲਾਇਆ ਤਿਤ ਲਾਗਾ, ਹੁਣ ਤਾਂ ਭਾਈ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਹੁਣ ਮੇਰਾ ਤਾਂ ਮੇਰੇ ਮੁਝ ਦੇ ਵਿੱਚ ਕੁਛ ਵੀ ਨਹੀਂ ਹੈ। ਹੁਣ ਜਿੱਥੇ ਪ੍ਰਮਾਤਮਾ ਮੈਨੂੰ ਲਾਉਂਦਾ, ਜੈ ਬੈਠਾ ਲੈ ਬੈਸੈ ਸੁਆਮੀ, ਜੈ ਭੇਜੈ ਤਹਿ ਜਾਵਾ। ਜਿੱਥੇ ਉਹ ਮੈਨੂੰ ਬਿਠਾਉਂਦਾ ਮੈਂ ਉੱਥੇ ਬਹਿੰਦਾ ਹਾਂ। ਜਿੱਥੇ ਮਾਲਕ ਮੈਨੂੰ ਜੋ ਮੇਰਾ ਖਾਵੰਦ ਹੈ ਪ੍ਰਮਾਤਮਾ ਮੈਨੂੰ ਜਿਸ ਪਾਸੇ ਸੇਵਾ ਵਾਸਤੇ ਲਾ ਦਿੰਦਾ, ਮੈਂ ਉਸ ਪਾਸੇ ਚੱਲ ਜਾਂਦਾ ਹਾਂ। ਜਿੱਤ ਲਾਇਆ, ਜਿੱਥੇ ਮੇਰਾ ਮਾਲਕ ਮੇਰਾ ਖਸਮ ਪ੍ਰਮਾਤਮਾ ਮੈਨੂੰ ਲਾਉਂਦਾ, ਮੈਂ ਕਦੇ ਨਾ ਨੁਕੜ ਨਹੀਂ ਕਰਦਾ, ਉਸ ਪਾਸੇ ਮੈਂ ਸੇਵਾ ਵਾਸਤੇ ਤਤਪਰ ਹੋ ਜਾਂਦਾ। ਤੇਰੇ ਲਾਲੇ ਕਿਆ ਚਤੁਰਾਈ, ਜਿਹੜਾ ਇੱਕ ਵਾਰੀ ਪਿਆਰਿਓ ਲਾਲਾ ਬਣ ਜਾਵੇ, ਗੁਲਾਮ ਬਣ ਜਾਵੇ, ਉਹ ਲਾਲੇ ਦੀ ਕੋਈ ਚਤੁਰਾਈ ਨਹੀਂ ਹੁੰਦੀ ਹੈ। ਚਤੁਰਾਈ ਸਿਆਣਪਾ ਕਿਤੈ ਕਾਮ ਨਾ ਆਈਐ, ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਜੇ ਲਖ ਕਰਮ ਕਮਾਈਐ ਕਿਛ ਪਵੈ ਨਾ ਬੰਧਾ, ਜਨ ਨਾਨਕ ਕੀਤਾ ਨਾਮ ਧਾਰ ਹੋਰ ਛੋੜਿਆ ਧੰਦਾ। ਇਹ ਜੋ ਚਤੁਰਾਈ ਹੈ, ਸਿਆਣਪਾ ਜੋ ਹੈ, ਇਹ ਫਿਰ ਬੰਦੇ ਦੇ ਕੰਮ ਨਹੀਂ ਆਉਂਦੀਆਂ। ਜਿਹੜਾ ਲਾਲਾ ਬਣ ਜਾਵੇ, ਗੁਲਾਮ ਬਣ ਜਾਵੇ, ਉਹ ਫਿਰ ਚਲਾਕੀਆਂ ਨਹੀਂ ਵਰਤਦਾ, ਉਹ ਤਾਂ ਨਿਮਰਤਾ ਭਾਵਨਾ ਦੇ ਵਿੱਚ ਰਹਿ ਕਰਕੇ ਸੇਵਾ ਕਰਦਾ। ਕਈ ਵਾਰੀ ਪਿਆਰਿਓ ਕਈ ਜੋ ਹਨ ਗੁਰੂ ਘਰ ਦੇ ਵਿੱਚ ਅਖਵਾਉਂਦੇ ਕਿ ਭਾਈ ਮੈਂ ਗੁਰੂ ਘਰ ਦਾ ਦਾਸ ਹਾਂ, ਗੁਰੂ ਕਾ ਗੋਲਾ ਹਾਂ, ਗੁਰੂ ਕਾ ਚਾਕਰ ਹਾਂ। ਲੇਕਿਨ ਚਾਕਰ ਅਖਵਾਉਂਦੇ, ਗੋਲੇ ਸੇਵਕ ਅਖਵਾਉਂਦੇ, ਲੇਕਿਨ ਚਲਾਕੀ ਜਿਹੜੀ ਹੈ ਬਾਹਰ ਨਹੀਂ ਕਰਦੇ। ਜਦੋਂ ਵੀ ਚਲਾਕੀ ਕਰਨੀ ਹੈ ਗੁਰੂ ਘਰ ਦੇ ਵਿੱਚ ਚਲਾਕੀ ਕਰਨੀ ਹੈ। ਗੁਰੂ ਮਹਾਰਾਜ ਜੀ ਦੇ ਨਾਲ ਚਲਾਕੀ ਕਰਦੇ ਹਨ। ਇਹੀ ਲੱਗਦਾ ਕਿ ਭਾਈ ਅਸੀਂ ਚਲਾਕੀ, ਇੱਕ ਪਾਸੇ ਤਾਂ ਕਹਿਣਾ ਜੀ ਮਹਾਰਾਜ ਸਭ ਜਾਣਦਾ, ਇੱਕ ਪਾਸੇ ਤਾਂ ਲੋਕਾਂ ਨੂੰ ਭਰਮਿਤ ਕਰਨਾ, ਫਿਰ ਚਲਾਕੀਆਂ ਵੀ ਗੁਰੂ ਘਰ ਦੇ ਵਿੱਚ ਗੁਰੂ ਕੇ ਨਾਲ ਚਲਾਕੀਆਂ ਕਰਨੀਆਂ। ਪਿਆਰਿਓ ਉਹ ਫਿਰ ਕਿੱਥੇ ਰਹਿ ਸਕਦੇ ਹਨ? ਪਤਾ ਨਹੀਂ ਉਹਨਾਂ ਦਾ ਕੀ ਹਸ਼ਰ ਹੋਵੇਗਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਜਿਹੜਾ ਗੁਲਾਮ ਬਣ ਜਾਂਦਾ, ਜਿਹੜਾ ਚਾਕਰ ਬਣ ਜਾਂਦਾ ਨਾ, ਉਹ ਫਿਰ ਕਦੇ ਚਲਾਕੀ ਨਹੀਂ ਕਰਦਾ, ਵਾਰ-ਵਾਰ ਵੀ ਨਹੀਂ, ਆਪਣੇ ਗੁਰੂ ਦੇ ਨਾਲ ਵੀ ਉਹ ਚਲਾਕੀਆਂ ਨਹੀਂ ਵਰਤਦਾ ਹੈ। ਸਾਹਿਬ ਕਾ ਹੁਕਮ ਨਾ
ਏਥਾ ਕਰਨਾ ਜਾਈ। ਫਿਰ ਵੀ ਸਤਿਗੁਰੂ ਮਹਾਰਾਜ ਜੀ ਨਿਮਰਤਾ ਦੇ ਵਿੱਚ ਆ ਕਰਕੇ ਕਹਿੰਦੇ ਹਨ, ਜੋ ਮਾਲਕ ਸਾਹਿਬ ਪਰਮਾਤਮਾ ਦਾ ਹੁਕਮ ਜਿਹੜਾ ਲਿਖਿਆ ਨਾਲ, ਇਹੀ ਤਾਂ ਪਿਆਰਿਓ ਹੁਕਮ ਦੇ ਵਿੱਚ ਚੱਲਣਾ, ਇਹੀ ਤਾਂ ਪਰਮਾਤਮਾ ਨੇ ਲਿਖ ਕਰਕੇ ਦੇ ਦਿੱਤਾ। ਜਿਹੜਾ ਹੁਕਮ ਦੇ ਵਿੱਚ ਰਹਿ ਜਾਂਦਾ ਹੈ, ਹੁਕਮ ਮੰਨੇ ਸੋ ਹੋਵੇ ਪਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਹੜਾ ਹੁਕਮ ਨੂੰ ਮੰਨ ਲੈਂਦਾ ਕੋਈ ਪਰਵਾਨ ਹੋ ਜਾਂਦਾ, ਉਹਨੂੰ ਹੀ ਖਸਮ ਦਾ ਮਹਿਲ ਪ੍ਰਾਪਤ ਹੁੰਦਾ। ਲੇਕਿਨ ਹੁਕਮ ਦੇ ਵਿੱਚ ਚੱਲਣਾ ਪਿਆਰਿਓ ਬਹੁਤ ਜ਼ਿਆਦਾ ਕਠਿਨ ਹੈ। ਵਿਸ਼ਰਾਮ ਦੇ ਕਰਕੇ ਸ਼ਬਦ ਦਾ ਸਾਰ ਉਚਾਰ ਕਰਕੇ ਸਤਿਗੁਰੂ ਮਹਾਰਾਜ ਅੱਗੇ ਉਚਾਰਨ ਕਰਦੇ ਹਨ। ਮਾਂ ਲਾਲੀ ਪਿਓ ਲਾਲਾ ਮੇਰਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਮੈਂ ਗੁਲਾਮ ਜਿਹੜਾ ਹਾਂ ਅੱਜ ਦਾ ਨਹੀਂ ਆ, ਮੈਂ ਤਾਂ ਮੁੱਢ ਕਦੀ ਵੀ ਗੁਲਾਮ ਹਾਂ, ਜੱਦੀ ਪੁਸ਼ਤੀ ਮੈਂ ਗੁਲਾਮ ਹਾਂ। ਇਹ ਪਿਆਰਿਓ ਗੁਲਾਮ ਦੀ ਵੀ ਦੇਖੋ ਦੋ ਤਰ੍ਹਾਂ ਦੇ ਹੁੰਦੇ ਸਨ। ਇੱਕ ਤਾਂ ਗੁਲਾਮ ਜਿਹੜਾ ਆਪ ਗੁਲਾਮ ਬਣ ਗਿਆ, ਲੇਕਿਨ ਉਹਦੇ ਬੱਚੇ ਜਿਹੜੇ ਹਨ ਉਹ ਗੁਲਾਮ ਨਹੀਂ ਬਣਦੇ ਸਨ। ਉਹ ਫਿਰ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਲਿਖਾਈ ਕਰਵਾ ਕਰਕੇ ਦੂਜੇ ਪਾਸੇ ਲਾ ਦਿੰਦਾ। ਲੇਕਿਨ ਕਈ ਪਿਆਰਿਓ ਜੱਦੀ ਪੁਸ਼ਤੀ ਗੁਲਾਮਾਂ ਦੀ ਜਿਹੜੀ ਹੈ ਜਾਤ ਹੋਇਆ ਕਰਦੀ ਸੀ। ਇਹਨਾਂ ਦੀ ਵੀ ਪਿਆਰਿਓ ਇੱਕ ਪਾਂਤ ਹੋਇਆ ਕਰਦੀ ਸੀ, ਲੇਕਿਨ ਅੱਜ ਇਹ ਬਿਲਕੁਲ ਖਤਮ ਹੋ ਗਿਆ, ਰਿਵਾਜ ਹੀ ਖਤਮ ਹੋ ਗਿਆ। ਤਾਂ ਕਰਕੇ ਇਹਨਾਂ ਦੀ ਜਾਤੀ ਜਿਹੜੀ ਆ ਬਿਲਕੁਲ ਵਿਲੁਪਤ ਹੋ ਗਈ। ਪਹਿਲੇ ਜ਼ਮਾਨਿਆਂ ਦੇ ਵਿੱਚ ਪਿਆਰਿਓ ਜ਼ਿਆਦਾ ਕਰਕੇ ਰਾਜ ਘਰਾਣਿਆਂ ਦੇ ਵਿੱਚ ਵੀ ਕਈ ਜੋ ਹਨ ਗੁਲਾਮ ਦੇ ਜੋ ਹਨ ਇਹਨਾਂ ਦੀਆਂ ਜਾਤੀਆਂ ਹੁੰਦੀਆਂ, ਗੁਲਾਮ ਦੀ ਸ਼੍ਰੇਣੀ ਹੁੰਦੀ ਸੀ। ਤੇ ਇਹ ਗੁਲਾਮ ਜਿਹੜੇ ਹਨ 1-2 ਸਾਲ ਦੇ ਨਹੀਂ, ਕਈ ਪੁਸ਼ਤਾਂ ਦੇ ਇਹ ਗੁਲਾਮ ਹੁੰਦੇ। ਤੇ ਉਹ ਫਖਰ ਮਹਿਸੂਸ ਕਰਦੇ ਸਨ ਕਿ ਭਾਈ ਤੇਰੇ ਰਾਜਨ, ਤੇਰੇ ਘਰ ਦੀ ਅਸੀਂ ਗੁਲਾਮਗਰੀ ਜਿਹੜੀ ਆ ਅੱਜ ਤੋਂ ਨਹੀਂ, ਕੋਈ ਕਹਿੰਦਾ 5 ਪੀੜ੍ਹੀਆਂ, ਕੋਈ ਕਹਿੰਦਾ ਜੀ 10 ਪੀੜ੍ਹੀਆਂ ਤੋਂ ਅਸੀਂ ਤੇਰੇ ਘਰ ਦੀ ਗੁਲਾਮਗਿਰੀ ਕਰ ਰਹੇ ਹਾਂ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਮੈਂ ਵੀ ਉਸ ਪ੍ਰਮਾਤਮਾ ਦਾ ਅੱਜ ਦਾ ਗੁਲਾਮ ਨਹੀਂ ਆ। ਮਾਂ ਲਾਲੀ, ਮੇਰੀ ਮਾਂ ਵੀ ਜਿਹੜੀ ਹੈ, ਭਾਵ ਕਿ ਸਤਿਗੁਰੂ ਇਹਦੇ 2 ਅਰਥ ਹਨ। ਵਿਦਵਾਨਾਂ ਨੇ 2 ਅਰਥ ਕਰਨੇ ਕੀਤੇ। ਇੱਕ ਤਾਂ ਬਾਹਰੀ ਅਰਥ ਜਿਹੜਾ ਹੈ ਮਾਂ ਲਾਲੀ ਦਾ ਮਤਲਬ ਮਹਾਰਾਜ ਆਪਣੇ ਉੱਤੇ ਢੁਕਾ ਕਰਕੇ ਕਹਿ ਰਹੇ ਹਨ, ਮੇਰੀ ਸਤਿਕਾਰਯੋਗ ਮਾਤਾ ਮਾਤ ਤ੍ਰਿਪਤਾ ਜੀ, ਉਹ ਵੀ ਪਰਮਾਤਮਾ ਦੇ ਦਰ ਦੇ ਉਹ ਗੁਲਾਮ ਸਨ, ਉਹ ਗੋਲੀ ਸੀ। ਮਾਂ ਲਾਲੀ, ਪਿਓ ਲਾਲਾ ਮੇਰਾ, ਮੇਰਾ ਪਿਤਾ ਜਿਹੜਾ ਹੈ ਉਹ ਵੀ ਲਾਲਾ ਸੀ, ਉਹ ਵੀ ਪਰਮਾਤਮਾ ਦੇ ਦਰ ਘਰ ਦਾ ਉਹ ਗੁਲਾਮ ਸੀ। ਇਹ ਤਾਂ ਪਿਆਰਿਓ ਬਾਹਰੀ ਅਰਥ ਹੋ ਗਿਆ। ਤੇ ਮਹਾਰਾਜ ਜੀ ਨੇ ਕਿਹਾ ਨਾ, ਮਤ ਮਾਤਾ ਪਿਤਾ ਸੰਤੋਖ, ਅਸਤ ਭਾਈ ਬਣਤਾ ਸੰਗ ਵੇਖ, ਕਿ ਅਸਲ ਦੇ ਵਿੱਚ ਅੰਤਰੀਵ ਅਰਥ ਇਹਦਾ ਇਹ ਲੱਗਦਾ, ਜੋ ਸ਼੍ਰੇਸ਼ਟ ਮਤ ਜਿਹੜੀ ਹੈ ਇਹ ਜਿਗਿਆਸੂ ਦੀ ਮਾਤਾ ਬਣ ਜਾਂਦੀ ਹੈ। ਤੇ ਜੋ ਪਿਤਾ ਜੋ ਹੈ ਸੰਤੋਖ ਦੇ ਵਿੱਚ ਰਹਿਣਾ, ਇਹ ਸੰਤੋਖ ਪਿਤਾ ਬਣ ਜਾਂਦਾ। ਜਿਸ ਤਰ੍ਹਾਂ ਕਿ ਸਤਿਗੁਰੂ ਮਹਾਰਾਜ ਜੀ ਨੇ ਸ਼੍ਰੀ ਜਪਜੀ ਸਾਹਿਬ ਜੀ ਦੇ ਵਿੱਚ ਅਖੀਰਲੀ ਜੋ ਪੌੜੀ ਹੈ, ਸ਼ਲੋਕ, ਜਿਹਨੂੰ ਆਪਾਂ ਸਤਿਕਾਰ ਦੇ ਨਾਲ ਪੜ੍ਹਦੇ ਆ, ਮਹਾਰਾਜ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਕਿ ਸੰਸਾਰ ਦੇ ਵਿੱਚ ਪਿਆਰਿਓ ਹਰ ਕਿਸੇ ਦੀ ਮਾਂ ਵੱਖਰੀ ਹੈ, ਪਿਤਾ ਵੱਖਰਾ ਹੈ, ਗੁਰੂ ਵੱਖਰਾ ਹੈ, ਸੰਤਾਨ ਵੱਖਰੀ ਹੈ, ਦਾਈ ਤੇ ਦਾਇਆ ਇਹ ਵੱਖਰੇ ਹਨ। ਲੇਕਿਨ ਜੇ ਆਪਾਂ ਵੈਸ਼ਵਿਕ ਪੈਮਾਨਿਆਂ ਤੇ ਜਦੋਂ ਤੱਕਦੇ ਆ, ਸਾਰੇ ਸੰਸਾਰ ਨੂੰ ਵੇਖ ਕਰਕੇ, ਬ੍ਰਹਿਮੰਡ ਨੂੰ ਵੇਖ ਕਰਕੇ, ਉਸ ਪਰਮ ਦ੍ਰਿਸ਼ਟੀ ਦੇ ਨਾਲ ਜਦੋਂ ਤੱਕਦੇ ਆ, ਤਾਂ ਪਿਆਰਿਓ ਸਾਰਿਆਂ ਦਾ ਗੁਰੂ ਜਿਹੜਾ ਪਵਨ ਗੁਰੂ, ਪਵਨ ਜਿਹੜਾ ਸਾਰਿਆਂ ਦਾ ਗੁਰੂ ਹੈ। ਪਾਣੀ ਪਿਤਾ ਹੈ ਜਗਤ ਕਾ, ਫਿਰ ਪਾਣੀ ਸਭ ਖਾਏ। ਪਾਣੀ ਜਿਹੜਾ ਸਾਰਿਆਂ ਦਾ ਪਿਤਾ ਹੈ। ਮਾਤਾ ਧਰਤ ਮਹਤ, ਧਰਤੀ ਜਿਹੜੀ ਹੈ ਸਾਰਿਆਂ ਦੀ ਮਾਂ ਹੈ। ਕਈ ਵਾਰੀ ਪਿਆਰਿਓ ਆਪਨੇ ਸੁਣਿਆ ਹੋਵੇਗਾ ਕਿ ਧਰਤੀ ਮਾਤਾ ਹੈ। ਭਾਰਤ ਜਿਹੜੀ ਹੈ, ਭਾਰਤ ਵਰਸ਼ ਦੀ ਜੋ ਆਪਾਂ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ, ਤੇ ਭਾਰਤ ਮਾਤਾ ਬੋਲਦੇ ਆ ਕਿ ਭਾਰਤ ਦੀ ਜੋ ਧਰਤੀ ਹੈ ਇਹ ਸਾਡੇ ਵਾਸਤੇ ਮਾਤਾ ਹੈ, ਕਿਉਂਕਿ ਇਹ ਸਾਡੀ ਜਨਨੀ ਹੈ। ਇਹਦੇ ਵਿੱਚ ਸਾਡਾ ਜਨਮ ਹੋਇਆ ਤੇ ਸਾਡੀ ਮ੍ਰਿਤਿੂ ਵੀ ਇੱਥੇ ਹੀ ਹੋਵੇਗੀ। ਮਹਾਰਾਜ ਜੀ ਨੇ ਵੀ ਕਿਹਾ ਕਿ ਧਰਤੀ ਜਿਹੜੀ ਹੈ ਇਹ ਮਾਤਾ ਹੈ। ਦਿਵਸ ਰਾਤ ਦੋਏ ਦਾਈ ਦਾਇਆ, ਦਿਨ ਤੇ ਰਾਤ ਇਹ ਦਾਈ ਤੇ ਦਾਇਆ ਇਸ ਪਰਿਵਾਰ ਦੀ ਛਤਰ ਛਾਇਆ ਦੇ ਵਿੱਚ ਰਹਿ ਕਰਕੇ ਕਲੋਲਾਂ ਕਰ ਰਿਹਾ, ਖੇਡਾਂ ਖੇਡ ਰਿਹਾ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਬਚਨ ਕੀਤਾ
ਕਿਹਾ ਕਿ ਮਾਂ ਲਾਲੀ ਸ਼੍ਰੇਸ਼ਟ ਮੱਤ ਜਿਹੜੀ ਹੈ ਉਹ ਵੀ ਪ੍ਰਮਾਤਮਾ ਦੇ ਦਰ ਦੀ ਗੁਲਾਮ ਬਣ ਗਈ ਹੈ। ਭਾਵ ਕਿ ਉਹ ਵੀ ਮਹਾਰਾਜ ਜੀ ਦੀ ਗੁਲਾਮਗਰੀ ਨੂੰ ਉਹਨੇ ਸਵੀਕਾਰ ਕਰਨਾ ਕੀਤਾ। ਸੰਤੋਖੀ ਜੀਵਨ ਦੇ ਵਿੱਚ ਜੀਣਾ ਇਹ ਸਾਡਾ ਪਿਤਾ ਤੇ ਇਹ ਵੀ ਦਰ ਘਰ ਦਾ ਗੁਲਾਮ ਹੈ। ਲਾਲੇ ਕਾ ਜਾਇਆ, ਮੈਂ ਆਪ ਗੁਲਾਮ ਦਾ ਜਾਇਆ ਹੋਇਆ ਹਾਂ। ਭਾਵ ਕਿ ਇਹਨਾਂ ਦੇ ਨਾਲ ਸੰਤੋਖ ਦੇ ਨਾਲ ਤੇ ਸ਼੍ਰੇਸ਼ਟ ਮੱਤ ਦੇ ਨਾਲ ਇਹਨਾਂ ਦੋਵਾਂ ਦੇ ਸੁਮੇਲ ਕਰਕੇ ਮੇਰਾ ਜਨਮ ਹੋਇਆ। ਮੈਂ ਇਹਨਾਂ ਦਾ ਜਾਇਆ ਹੋਇਆ ਹਾਂ। ਲਾਲੀ ਨਾਚੈ ਲਾਲਾ ਗਾਵੇ, ਅੱਗੇ ਫਿਰ ਇਹ ਜੋ ਗੁਲਾਮ ਹੁੰਦੇ ਨਾ ਪਿਆਰਿਓ, ਤੇ ਜਦੋਂ ਉਹਨਾਂ ਦਾ ਖਾਵੰਦ ਮਾਲਕ ਜਿਹੜਾ ਹੈ ਤੇ ਖਾਵੰਦ ਕੀ ਕਰਦਾ, ਅਜੋਕੇ ਜ਼ਮਾਨੇ ਦੇ ਵਿੱਚ ਤਾਂ ਪਿਆਰਿਓ ਇੰਟਰਟੇਨਮੈਂਟ ਦੇ ਬਹੁਤ ਜ਼ਿਆਦਾ ਸਾਧਨ ਬਣ ਗਏ ਹਨ। ਆ ਟੈਲੀਵਿਜ਼ਨ ਹੋ ਗਿਆ, ਮੋਬਾਈਲ ਆਦਿਕ, ਇਹ ਕੀ ਹੈ? ਇੰਟਰਟੇਨਮੈਂਟ ਦਾ ਸਾਧਨ ਹੈ, ਟਾਈਮ ਪਾਸ ਦਾ ਸਾਧਨ ਹੈ। ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਲੋਕੀ ਕੀ ਕਰਦੇ ਸਨ, ਵੱਡੇ ਜੋ ਜਿਨ੍ਹਾਂ ਦੇ ਕੋਲ ਸਰਮਾਇਆ ਹੈ, ਮਾਇਆ ਧਾਰੀ ਹੁੰਦੇ, ਉਹ ਇਹੋ ਜਿਹੇ ਗੁਲਾਮਾਂ ਨੂੰ ਰੱਖ ਕਰਕੇ ਉਹਨਾਂ ਨੂੰ ਸੰਗੀਤ ਗਵਾਉਣਾ, ਉਹਨਾਂ ਤੋਂ ਨੱਚ ਨਚਾਉਣਾ ਹੈ, ਉਹ ਵੇਖ ਕਰਕੇ ਬੜੇ ਪ੍ਰਸੰਨ ਹੁੰਦੇ ਹਨ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਲਾਲੀ ਨਾਚੈ, ਇਹ ਸ਼੍ਰੇਸ਼ਟ ਮਤ ਰੂਪੀ ਜੋ ਹੈ ਲਾਲੀ, ਇਹ ਗੋਲੀ ਜੋ ਹੈ ਨੱਚਦੀ ਹੈ। ਲਾਲਾ ਗਾਵੇ, ਜੋ ਇਹ ਗੁਲਾਮ ਜਿਹੜਾ ਹੈ ਇਹ ਗਾਉਂਦਾ ਹੈ ਪ੍ਰਮਾਤਮਾ ਦੀ ਆਗਿਆ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ। ਮਹਾਰਾਜ ਨੇ ਕਿਹਾ ਨਾ, ਇਹ ਮਨ ਨਾ ਚਾਹੋ ਰਖ ਰਖ ਪਾਓ, ਕਿ ਐ ਮਨ ਤੂੰ ਵੀ ਸ਼੍ਰੇਸ਼ਟਤਾਈ ਦੇ ਵਿੱਚ ਧਿਆਨ ਦੇ ਵਿੱਚ ਨਿਮਗਨ ਹੋ ਕਰਕੇ ਤੂੰ ਨਚਨਾ ਕਰ। ਭਗਤ ਕਰੋ ਤੇਰੀ ਰਾਇਆ, ਸਦਾ ਇਹ ਐ ਰਾਇਆ ਐ ਮਾਲਕਾ ਪ੍ਰਮਾਤਮਾ ਜੀਓ, ਮੈਂ ਤੇਰੀ ਭਗਤੀ ਕਰਨਾ ਕਰਾਂ, ਤੇਰੀ ਇਬਾਦਤ ਕਰਨਾ ਕਰਾਂ। ਪੀਏ ਤਾ ਪਾਣੀ ਆਣੀ ਮੀਰਾ, ਸਤਿਗੁਰੂ ਮਹਾਰਾਜ ਨਿਮਰਤਾ ਦੇ ਵਿੱਚ ਆ ਕਰਕੇ ਦੱਸਦੇ ਹਨ, ਪ੍ਰਮਾਤਮਾ ਨੂੰ ਬੇਨਤੀ ਕਰਦੇ ਹਨ ਕਿ ਮਾਲਕ ਜੀਓ, ਜੇ ਤੈਨੂੰ ਪਿਆਸ ਲੱਗੀ ਐ ਤਾਂ ਤੂੰ ਮੈਨੂੰ ਦੱਸਣਾ ਕਰ, ਮੈਂ ਤੇਰੇ ਵਾਸਤੇ ਜਲ ਲੈ ਕੇ ਆਵਾਂ, ਤੈਨੂੰ ਜਲ ਛਕਾਵਾਂ। ਤੇ ਇਹਦਾ ਇਹ ਵੀ ਅਰਥ ਹੈ ਕਿ ਪੀਏ ਤਾਂ ਪਾਣੀ, ਸਤ ਸੰਗਤ ਦੇ ਵਿੱਚ ਹੀ ਪ੍ਰਮਾਤਮਾ ਦਾ ਰੱਬ ਦਾ ਵਾਸਾ ਹੈ। ਰੱਬ ਤਾਂ ਪਿਆਰਿਓ, ਰੱਬ ਨੂੰ ਪ੍ਰਮਾਤਮਾ ਨੂੰ ਥੋੜੀ ਕਦੇ ਪਿਆਸ ਲੱਗਦੀ ਹੈ, ਥੋੜੀ ਉਹਨੂੰ ਕਦੇ ਭੁੱਖ ਲੱਗਦੀ ਹੈ, ਲੇਕਿਨ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਦੇ ਵਿੱਚ ਹੀ ਰੱਬ ਦਾ ਪ੍ਰਮਾਤਮਾ ਦਾ ਗੁਰੂ ਕਾ ਵਾਸਾ ਹੈ। ਜਦੋਂ ਸੰਗਤ ਬੋਲਦੀ ਕਿ ਭਾਈ ਮੈਨੂੰ ਪਿਆਸ ਲੱਗੀ, ਤਾਂ ਮਹਾਰਾਜ ਜੀ ਕਹਿੰਦੇ ਦੱਸਣਾ ਕਰੋ, ਮੈਂ ਤੁਹਾਡੇ ਵਾਸਤੇ ਜਲ ਲਿਆ ਕਰਕੇ ਤੁਹਾਨੂੰ ਛਕਾਉਣਾ ਕਰਾਂ। ਖਾਹੇ ਤਾਂ ਪੀਸਣ ਜਾਓ, ਜੇ ਤੁਸੀਂ ਛਕਣਾ ਚਾਹੁੰਦੇ ਹੋ, ਪ੍ਰਸ਼ਾਦੇ ਦੀ ਭੁੱਖ ਲੱਗੀ ਹੈ, ਤਾਂ ਤੁਰੰਤ ਮੈਂ ਜਾਵਾਂ ਬਾਜ਼ਾਰ ਦੇ ਵਿੱਚ, ਪੀਣਾ ਪੀਸ ਕਰਕੇ ਲਿਆਵਾਂ, ਉਹਦਾ ਪ੍ਰਸ਼ਾਦਾ ਤਿਆਰ ਕਰਕੇ ਮੈਂ ਆਪ ਜੀ ਨੂੰ ਪ੍ਰਸ਼ਾਦਾ ਛਕਾਵਾਂ, ਮੈਂ ਤੁਹਾਡੀ ਸੇਵਾ ਕਰਨਾ ਕਰਾਂ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਦੋਂ ਪਿਆਰਿਓ ਆਪਾਂ ਇਤਿਹਾਸ ਪੜ੍ਹਦੇ ਹਾਂ, ਤੇ ਇੱਕ ਵਾਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਬਹੁਤ ਵੱਡਾ ਇੱਕ ਪੰਡਤ ਜਿਹੜਾ ਹੈ, ਦਿਗਵਿਜਈ ਪੰਡਤ ਕਿਹਾ ਜਾਂਦਾ ਸੀ, ਬ੍ਰਹਮਦਾਸ ਜੀ ਦਾ ਨਾਮ, ਆਪਣੇ ਚੇਲੇ ਬਾਲਕਿਆਂ ਨੂੰ ਲੈ ਕਰਕੇ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਦੋਂ ਉਹਨੇ ਪਹੁੰਚਣਾ ਕੀਤਾ, ਤੇ ਫਿਰ ਕਈਆਂ ਨੇ ਜਦੋਂ ਕਿਹਾ ਕਿ ਭਾਈ ਚੱਲ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਰਹਿੰਦੇ ਹਨ, ਚਲੋ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਨਾ ਕਰੋ। ਤੇ ਜਦੋਂ ਚੇਲੇ ਬਾਲਕਿਆਂ ਨੇ ਵੀ ਕਿਹਾ, ਤੇ ਬ੍ਰਹਮਦਾਸ ਕਹਿੰਦਾ ਕਿ ਭਾਈ ਤੁਹਾਨੂੰ ਪਤਾ ਨਹੀਂ ਹੈ, ਹਮ ਤੋਂ ਦਿਗਵਿਜਈ ਪੰਡਿਤ ਹੈ, ਵੱਡੇ ਵੱਡੇ ਜੋ ਸਾਧੂ ਸੰਤ ਹਨ ਉਹ ਸਾਡੇ ਕੋਲ ਆਉਂਦੇ, ਨਤਮਸਤਕ ਹੁੰਦੇ, ਮੈਂ ਅਰਜਨ ਦੇਵ ਜੀ ਕੋਲ ਨਹੀਂ ਜਾਣਾ, ਉਹ ਜਦੋਂ ਤੱਕ ਨਹੀਂ ਬੁਲਾਉਂਦੇ। ਜਦੋਂ ਪਿਆਰਿਓ ਬ੍ਰਹਮਦਾਸ ਨੇ ਵਚਨ ਕੀਤਾ, ਸਿੱਖਾਂ ਨੇ ਜਾ ਕਰਕੇ ਜਦੋਂ ਇਸ ਗੱਲ ਦੀ ਖਬਰ ਮਹਾਰਾਜ ਜੀ ਨੂੰ ਦਿੱਤੀ ਹੈ, ਮਹਾਰਾਜ ਜੀ ਨੂੰ ਵੀ ਪਤਾ ਚੱਲਿਆ, ਤੇ ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਦਾ ਤਿਆਰ ਅਸੀਂ ਕਰਦੇ ਹਾਂ ਤੇ ਪ੍ਰਸ਼ਾਦਾ ਉਹ ਛਕ ਕੇ ਜਾਵੇ। ਤੇ ਜਦੋਂ ਗੁਰੂ ਘਰ ਦੇ ਵੱਲੋਂ ਉਹਨੂੰ ਨਿਉਂਦਰਾ ਦਿੱਤਾ ਗਿਆ, ਉਹਨੂੰ ਵੀ ਥੋੜਾ ਜਿਹਾ ਅਭਿਮਾਨ ਚੜ ਗਿਆ, ਅਹੰਕਾਰ ਚੜ ਗਿਆ ਕਿ ਲਓ ਭਾਈ ਮੈਂ ਵੱਡਾ ਹੋਵਾਂਗਾ ਤਾਂ ਹੀ ਤਾਂ ਮਹਾਰਾਜ ਜੀ ਨੇ ਮੈਨੂੰ ਸੱਦਾ ਦਿੱਤਾ। ਜਿਹੜਾ ਕੋਈ ਨੀਵਾ ਹੋਵੇ ਨਾ ਆਪਣੇ ਤੋਂ, ਆਪਾਂ ਉਹਨੂੰ ਸੱਦਾ ਨਹੀਂ ਦਿੰਦੇ ਆ, ਉਹਨੂੰ ਨਹੀਂ ਬੁਲਾਉਂਦੇ ਆ। ਉਹਨੂੰ ਔਰ ਅਹੰਕਾਰ ਚੜ ਗਿਆ ਕਿ ਮੈਂ ਤਾਂ ਬਹੁਤ ਵੱਡਾ ਹਾਂ, ਤਾਂ ਹੀ ਤਾਂ ਮਹਾਰਾਜ ਜੀ ਨੇ, ਜਿਸ ਤਰ੍ਹਾਂ ਕੋਈ ਸਾਡੇ ਕੋਲ ਵੀ ਕੋਈ ਵੱਡ ਵਡੇਰਾ ਆ ਜਾਵੇ
ਤੇ ਆਪਾਂ ਉਹਨੂੰ ਸੱਦਾ ਦਿੰਦੇ ਆ। ਛੋਟੇ ਮੋਟੇ ਨੂੰ ਪਿਆਰਿਓ ਆਪਾਂ ਸੱਦਾ ਥੋੜੀ ਦਿੰਦੇ, ਤੇ ਉਹਨੂੰ ਲੱਗਿਆ ਕਿ ਮੈਂ ਵੀ ਬਹੁਤ ਵੱਡਾ ਹਾਂ, ਮਹਾਰਾਜ ਜੀ ਵੀ ਮੇਰੇ ਅੱਗੇ ਝੁਕ ਗਏ। ਜਦੋਂ ਗੁਰੂ ਘਰ ਦੇ ਵਿੱਚ ਆਇਆ, ਗੁਰੂ ਘਰ ਦੇ ਵਿੱਚ ਆ ਕਰਕੇ ਉਹ ਬੈਠ ਗਿਆ। ਪ੍ਰਸ਼ਾਦਾ ਜਦੋਂ ਉਹਨੇ ਛਕਣਾ ਕੀਤਾ, ਪ੍ਰਸ਼ਾਦਾ ਛਕ ਕਰਕੇ ਉਹਦੇ ਹੱਥ ਜਦੋਂ ਸੁੱਚੇ ਕਰਾਏ ਗਏ, ਵੇਖ ਕਰਕੇ ਬੜਾ ਤੰਗ ਹੋਇਆ। ਸਿੱਖਾਂ ਨੂੰ ਕਹਿੰਦਾ ਕਿ ਸਿੱਖੋ ਦੱਸੋ ਤੁਹਾਡੇ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੱਧਰ ਹਨ? ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ, ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ। ਕਿੱਥੇ ਆ? ਉਹਨਾਂ ਨੂੰ ਬੁਲਾ ਕੇ ਲੈ ਕੇ ਆਓ, ਜਾਂ ਦੱਸੋ ਮੈਂ ਆਪ ਜਾਵਾਂ। ਤਾਂ ਸਿੱਖਾਂ ਨੇ ਕਿਹਾ, ਭਾਈ ਬ੍ਰਹਮਦਾਸ ਜੀ ਤੁਹਾਨੂੰ ਪਤਾ ਨਹੀਂ ਹੈ, ਉਹ ਜਿਨ੍ਹਾਂ ਨੇ ਤੁਹਾਡੇ ਹੱਥ ਸੁੱਚੇ ਕਰਵਾਏ, ਜਿਨ੍ਹਾਂ ਨੇ ਸੰਗਤ ਦੀ ਸੇਵਾ ਕਰਨੀ ਕੀਤੀ ਹੈ, ਭਾਂਡੇ ਸਾਫ਼ ਕਰਨੇ ਕੀਤੇ, ਉਹ ਔਰ ਕੁਛ ਨਹੀਂ, ਉਹ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਹਨ। ਜਦੋਂ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੀ ਇਹ ਨਿਮਰਤਾ, ਇਹ ਸੇਵਾ ਦੀ ਭਾਵਨਾ ਕਿ ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਓ, ਇਹ ਅਰਥ ਮਹਾਰਾਜ ਜੀ ਨੇ ਸਪਸ਼ਟ ਕਰਨੇ ਕੀਤੇ ਆਪਣੇ ਜੀਵਨ ਦੇ ਵਿੱਚ। ਸਿੱਖੋ ਦੱਸੋ, ਜੇ ਤੁਹਾਨੂੰ ਪਿਆਸ ਲੱਗੀ ਤਾਂ ਮੈਂ ਤੁਹਾਡੇ ਵਾਸਤੇ ਜਲ ਲਿਆ ਕਰਕੇ ਛਕਾਵਾਂ। ਜੇ ਤੁਹਾਨੂੰ ਭੁੱਖ ਲੱਗੀ ਹੈ, ਮੈਂ ਆਪ ਪ੍ਰਸ਼ਾਦਾ ਤਿਆਰ ਕਰਕੇ ਤੁਹਾਨੂੰ ਪ੍ਰਸ਼ਾਦਾ ਛਕਾਵਾਂ, ਤੁਹਾਡੀ ਮੈਂ ਟਹਿਲ ਕਰਨਾ ਕਰਾਂ, ਸੇਵਾ ਕਰਨਾ ਕਰਾਂ। ਜਦੋਂ ਪਿਆਰਿਓ ਸਤਿਗੁਰੂ ਮਹਾਰਾਜ ਆਪ ਵੱਧ ਚੜ ਕਰਕੇ ਸੰਗਤ ਦੀ ਸੇਵਾ ਕਰ ਸਕਦੇ, ਤਾਂ ਪਿਆਰਿਓ ਆਪਾਂ ਕਿਸ ਖੇਤ ਦੀ ਮੂਲੀ ਆ? ਕਹਿਣ ਦਾ ਭਾਵ ਕਈਆਂ ਨੂੰ ਬੜਾ ਇਹਦਾ ਅਭਿਮਾਨ ਹੁੰਦਾ, ਅਹੰਕਾਰ ਹੁੰਦਾ। ਮੈਂ ਕਿਉਂ ਜਾਵਾਂ ਜੀ, ਮੈਂ ਕਿਉਂ ਸੇਵਾ ਕਰਾਂ, ਮੈਂ ਕਿਉਂ ਗੁਰੂ ਘਰ ਦੇ ਵਿੱਚ ਲੰਗਰ ਦੇ ਵਿੱਚ ਸੇਵਾ ਕਰਾਂ, ਜਾਂ ਇਹ ਕੰਮ ਮੈਂ ਕਿਉਂ ਕਰਾਂ, ਇਹਦੇ ਨਾਲ ਮੇਰੀ ਬੇਇੱਜ਼ਤੀ ਹੋਵੇਗੀ। ਨਹੀਂ ਪਿਆਰਿਓ, ਜਿਹੜੇ ਜਦੋਂ ਸਤਿਗੁਰੂ ਮਹਾਰਾਜ ਆਪ ਗੁਰੂ ਕਾਲ ਦੇ ਵਿੱਚ ਵਰਤਿਆ ਹੋਇਆ, ਉਹਨਾਂ ਨੇ ਇੰਨੀ ਜ਼ਿਆਦੀ ਗੁਰੂ ਘਰ ਦੀ ਸੇਵਾ ਕਰਨੀ ਕੀਤੀ, ਤਾਂ ਸਾਨੂੰ ਪਿਆਰਿਓ ਫਿਰ ਆਪਣੇ ਅੰਦਰ ਝਾਤ ਮਾਰ ਕੇ ਵੇਖਣਾ ਚਾਹੀਦਾ। ਆਪਾਂ ਤਾਂ ਗੁਰੂ ਨਹੀਂ ਆ, ਲੇਕਿਨ ਜੇ ਸਿੱਖ ਵੀ ਬਣ ਜਾਈਏ ਤਾਂ ਬਹੁਤ ਜ਼ਿਆਦਾ ਪਿਆਰਿਓ, ਤੇ ਇਸ ਤਰ੍ਹਾਂ ਜੇ ਸੇਵਾ ਕਰਾਂਗੇ ਤਾਂ ਹੀ ਆਪਾਂ ਸਿੱਖ ਬਣ ਸਕਦੇ ਹਾਂ। ਤਾਂ ਪਿਆਰਿਓ ਬ੍ਰਹਮਦਾਸ ਉਸ ਵੇਲੇ ਗਲ ਵਿੱਚ ਪੱਲਾ ਪਾ ਕਰਕੇ ਆਸ਼ ਆਸ਼ ਕਹਿ ਕਰਕੇ ਉੱਠਿਆ, ਤੇ ਜਾ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਹਨੇ ਚਰਨ ਫੜ ਲਏ। ਕਿਹਾ, ਸਤਿਗੁਰੂ ਮਹਾਰਾਜ ਮੈਂ ਤਾਂ ਅਹੰਕਾਰੀ ਆ, ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ, ਐਵੇਂ ਮੈਂ ਅਭਿਮਾਨ ਕਰਦਾ ਸੀ। ਆਪ ਜੀ ਕੋਲ ਤਾਂ ਸਭ ਕੁਝ ਰਹਿਣ ਦੇ ਬਾਵਜੂਦ, ਇੰਨਾ ਵੱਡਾ ਸਰਮਾਇਆ ਰਹਿਣ ਦੇ ਬਾਵਜੂਦ ਵੀ ਆਪ ਇੰਨੀ ਨਿਮਰਤਾ ਦੇ ਵਿੱਚ ਸੰਗਤ ਦੀ ਸੇਵਾ ਕਰਦੇ, ਤਾਂ ਮਹਾਰਾਜ ਮੈਂ ਕੀ ਕਰਨਾ ਕਰਾਂ? ਮੈਂ ਤਾਂ ਇਹ ਤੋਂ ਕਈ ਵੱਧ ਕਰਨੀ ਚਾਹੀਦੀ ਹੈ, ਲੇਕਿਨ ਅਹੰਕਾਰ ਦਾ ਮਾਰਿਆ ਮੈਂ ਨਹੀਂ ਕਰ ਸਕਦਾ ਹਾਂ, ਮੈਨੇ ਨਹੀਂ ਕਰਨੀ ਕੀਤੀ। ਭਾਵ ਕਿ ਮਹਾਰਾਜ ਜੀ ਨੇ ਬਚਨ ਕੀਤਾ ਕਿ ਜੇ ਰੱਬ ਗੁਲਾਮ ਆਪਣੇ ਮਾਲਕ ਨੂੰ ਕਹਿੰਦਾ, ਜੇ ਮਾਲਕ ਕਹਿ ਦਵੇ ਕਿ ਭਾਈ ਪਿਆਸ ਲੱਗੀ ਹੈ, ਗੁਲਾਮ ਜਾ ਕਰਕੇ ਪਾਣੀ ਲੈ ਕੇ ਆਉਂਦਾ ਹੈ। ਇਸ ਤਰ੍ਹਾਂ ਹੀ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹਾਂ, ਤਾਂ ਵੱਧ ਚੜ ਕਰਕੇ ਜਿਹਨੂੰ ਪਿਆਸ ਲੱਗੀ ਹੋਈ ਹੈ ਉਹਨੂੰ ਜਲ ਛਕਾਓ। ਜੇ ਤੁਹਾਡੇ ਕੋਲ ਸਮਰੱਥਾ ਹੈ ਕਿ ਇਹਨੂੰ ਭੁੱਖ ਲੱਗੀ ਹੈ, ਤਾਂ ਖਾਏ ਤਾਂ ਪੀਸਣ ਜਾਓ, ਤਾਂ ਫਿਰ ਯਥਾ ਸ਼ਕਤ ਪ੍ਰਸ਼ਾਦਾ ਛਕਾ ਕਰਕੇ ਉਹਨਾਂ ਦੀ ਸੇਵਾ ਕਰਨੀ ਚਾਹੀਦੀ। ਪੱਖਾ ਫੇਰੀ ਪੈਰ ਮਲੂਵਾ, ਪੱਖਾ ਜਿਹੜਾ ਹੈ ਫੇਰਨਾ ਚਾਹੀਦਾ। ਜਦੋਂ ਸਿੱਖਾਂ ਅੱਜ ਤਾਂ ਦੇਖੋ ਪਿਆਰਿਓ ਪੱਖੇ ਲੱਗ ਗਏ, ਕੂਲਰ ਏਸੀ ਆਦਿ ਲੱਗ ਗਏ, ਲੇਕਿਨ ਪਹਿਲੇ ਜ਼ਮਾਨਿਆਂ ਦੇ ਵਿੱਚ ਪਿਆਰਿਓ ਸਿੱਖ ਜਿਹੜੇ ਹਨ ਪੱਖਾ ਫੇਰਦੇ ਸਨ, ਜਿਨ੍ਹਾਂ ਨੂੰ ਪਿਆਰਿਓ ਆਪਾਂ ਨਵਾਬ ਕਪੂਰ ਸਿੰਘ ਕਹਿੰਦੇ, ਜਿਨ੍ਹਾਂ ਨੂੰ ਨਵਾਬੀ ਦਾ ਖਿਤਾਬ ਦਿੱਤਾ ਗਿਆ ਸੀ। ਵੇਗ ਸਿੰਘ ਜੀ ਜਦੋਂ ਪਹੁੰਚੇ ਹਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ, ਤਾਂ ਪਿਆਰਿਓ ਜੋ ਨਵਾਬ ਕਪੂਰ ਸਿੰਘ ਸਾਹਿਬ ਉਹ ਹੱਥ ਦੇ ਵਿੱਚ ਪੱਖਾ ਚੱਲ ਰਹੇ ਸਨ, ਤੇ ਉਹਨਾਂ ਦੇ ਹਾਲੇ ਹੀ ਜੰਗ ਦੇ ਵਿੱਚ ਪਿਆਰਿਓ ਚਰਪੱਟਾ ਲੱਗ ਗਿਆ ਸੀ, ਪੂਰਾ ਉਹਨਾਂ ਦਾ ਚਿਹਰਾ ਜਿਹੜਾ ਕੱਟ ਗਿਆ ਸੀ, ਉਹਦੇ ਉੱਤੇ ਮਲਮ ਪੱਟੀ ਕਰਕੇ ਫਿਰ ਵੀ ਪਿਆਰਿਓ ਉਹ ਸੇਵਾ ਕਰਦੇ ਸਨ, ਪੱਖਾ ਚੱਲਦੇ ਸਨ। ਜਦੋਂ ਨਵਾਬੀ ਦਾ ਖਿਤਾਬ ਆ ਗਿਆ ਤੇ ਜਥੇਦਾਰ ਉਸ ਵੇਲੇ ਜੋ ਮੌਜੂਦਾ ਸਨ, ਉਹਨਾਂ ਨੇ ਫਿਰ ਕਹਿ ਦਿੱਤਾ ਕਿ ਭਾਈ ਅਸੀਂ ਤਾਂ ਨਵਾਬੀ ਦਾ ਦਾਵਾ ਨਹੀਂ, ਅਸੀਂ ਤਾਂ ਪਾਤਸ਼ਾਹੀ ਦਾ ਦਾਵਾ ਕਰਦੇ ਹਾਂ। ਤੇ ਫਿਰ ਅਸੀਂ ਜੋ ਦਰਬਾਰਾ ਸਿੰਘ ਉਸ ਵੇਲੇ ਮੌਜੂਦਾ ਜਥੇਦਾਰ ਸਨ, ਉਹਨਾਂ ਨੇ ਕਿਹਾ ਕਿ ਅਸੀਂ ਤਾਂ ਦਾਅਵੇਦਾਰੀ ਪਾਤਸ਼ਾਹੀ ਦੀ ਕਰਦੇ ਆ, ਨਵਾਬੀ ਦਾ ਖਿਤਾਬ ਸਾਨੂੰ ਨਹੀਂ ਚਾਹੀਦਾ। ਭਾਈ ਸੁਬੇਗ ਸਿੰਘ ਜੀ ਨੇ ਕਿਹਾ, ਖਾਲਸਾ ਜੀਓ
ਆ ਜੋ ਨਵਾਬੀ ਦਾ ਖਿਤਾਬ ਖਾਲਸੇ ਨੇ ਨਹੀਂ ਮੰਗਿਆ ਤੇ ਇਹਨਾਂ ਨੇ ਆਪ ਦਿੱਤਾ ਤੁਰਕਾਂ ਨੇ, ਬੇਸ਼ੱਕ ਇਹਨੂੰ ਰੱਖ ਲੈਣਾ ਕਰੋ। ਅੱਜ ਨਵਾਬੀ ਆ ਗਈ ਤੇ ਕੱਲ ਸਰਦਾਰੀ ਵੀ ਜਿਹੜੀ ਬਾਦਸ਼ਾਹਤ ਵੀ ਖਾਲਸੇ ਦੇ ਕੋਲ ਆ ਜਾਵੇਗੀ। ਅੱਜ ਤਾਂ ਪਿਆਰਿਓ ਆਪਾਂ ਵੱਧ ਚੜ ਕਰਕੇ ਇਹ ਕਰਦੇ, ਲੇਕਿਨ ਜਦੋਂ ਨਵਾਬੀ ਦਾ ਖਿਤਾਬ ਆਇਆ ਤੇ ਫਿਰ ਇਹਨਾਂ ਨੇ ਪਰਖ ਕਰਨ ਵਾਸਤੇ ਕਿ ਭਾਈ ਨਵਾਬੀ ਦਾ ਖਿਤਾਬ ਕਿਹਨੂੰ ਦੇਣਾ। ਜਿਹੜਾ ਵੀ ਕਹਿੰਦਾ ਉਹ ਕਹਿੰਦਾ ਜੀ ਨਹੀਂ ਜੀ ਮੈਂ ਤਾਂ ਚੜ੍ਹਦੀ ਕਲਾ ਦੇ ਵਿੱਚ ਹਾਂ। ਫਿਰ ਪਿਆਰਿਓ ਜਦੋਂ ਬਚਨ ਲਿਆ ਗਿਆ ਤੇ ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ, ਜਦੋਂ ਇਹ ਬਚਨ ਆਇਆ ਤੇ ਖਾਲਸੇ ਨੇ ਕਿਹਾ ਟਹਿਲ ਕਰੈ ਤਿਸ ਮਹਿਲ ਪਹੁੰਚਾਵੋ। ਜਿਹੜਾ ਗੁਰੂ ਘਰ ਦੀ ਟਹਿਲ ਕਰਦਾ ਨਾ, ਸੇਵਾ ਕਰਦਾ, ਉਹਨੂੰ ਮਹਿਲ ਦੀ ਪ੍ਰਾਪਤੀ ਕਰਾਉਣਾ ਕਰੋ, ਭਾਵ ਕਿ ਉਹਨੂੰ ਯੋਗ ਥਾਂ ਦਿਓ। ਉਸ ਵੇਲੇ ਭਾਈ ਕਪੂਰ ਸਿੰਘ ਸਾਹਿਬ ਜੀ ਅੱਗੇ ਵੱਧ ਚੜ ਕਰਕੇ ਜਦੋਂ ਸਿੱਖਾਂ ਦੀ ਸੇਵਾ ਕਰ ਰਹੇ ਸਨ, ਸਾਰਿਆਂ ਨੇ ਗੁਰਮਤਾ ਕਰਕੇ ਨਵਾਬੀ ਦੀ ਖਿਲਤ ਉਹਨਾਂ ਨੂੰ ਦੇ ਦਿੱਤੀ। ਉਹਨਾਂ ਨੂੰ ਫਿਰ ਨਵਾਬ ਬਣਾ ਦਿੱਤਾ ਤੇ ਜਦੋਂ ਉਹਨਾਂ ਨੂੰ ਨਵਾਬ ਬਣਾਇਆ ਨਾ, ਦਸਤਾਰ ਸਜਾ ਰਹੇ ਸਨ ਤੇ ਅੱਗੋਂ ਪਿਆਰਿਓ ਉਹ ਵੀ ਸਤਕਾਰ ਦੇ ਵਿੱਚ ਆ ਕਰਕੇ ਉਹਨਾਂ ਨੇ ਕਿਹਾ ਖਾਲਸਾ ਜੀਓ ਆ ਜੋ ਦਸਤਾਰ ਇਹ ਤਾਂ ਤੁਰਕਾਂ ਨੇ ਦਿੱਤੀ ਹੈ, ਇਹ ਅਪਵਿੱਤਰ ਹੈ, ਇਹ ਸਭ ਤੋਂ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਛੁਆਓ। ਉਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਚੜ੍ਹਦੀ ਕਲਾ ਵਾਲੇ ਉਹਨਾਂ ਦੇ ਚਰਨਾਂ ਨੂੰ ਛੁਆ ਕਰਕੇ ਮੇਰੇ ਸੀਸ ਤੇ ਸਜਾਈ ਜਾਵੇ, ਤਾਂ ਕਿ ਮੈਨੂੰ ਸਦਾ ਚੇਤੇ ਰਵੇ ਕਿ ਇਹ ਨਵਾਬੀ ਦਾ ਖਿਤਾਬ ਕਪੂਰ ਸਿੰਘਾਂ ਤੈਨੂੰ ਨਹੀਂ ਮਿਲਿਆ, ਇਹ ਮਹਾਰਾਜ ਜੀ ਦੀ ਕਿਰਪਾ ਵਰਤੀ ਹੈ ਤੇ ਸਿੱਖਾਂ ਦੀ ਚਰਨ ਧੂੜ ਇਹਨੂੰ ਪ੍ਰਾਪਤ ਹੋਈ ਹੈ। ਸਿੱਖਾਂ ਦੀ ਚਰਨ ਧੂੜ ਮੈਨੂੰ ਮਿਲ ਗਈ ਤਾਂ ਜਾ ਕਰਕੇ ਇਹ ਨਵਾਬੀ ਦਾ ਖਿਤਾਬ ਮੈਨੂੰ ਪ੍ਰਾਪਤ ਹੋਇਆ। ਜਦੋਂ ਨਵਾਬੀ ਦਾ ਖਿਤਾਬ ਦੇਣ ਲੱਗੇ, ਦਸਤਾਰ ਬੰਦਾਈ ਹੋ ਰਹੀ ਸੀ, ਉਦੋਂ ਭਾਈ ਕਪੂਰ ਸਿੰਘ ਜੀ ਨੇ ਪਿਆਰਿਓ ਹੱਥ ਜੋੜ ਕਰਕੇ ਬਚਨ ਕੀਤਾ ਖਾਲਸਾ ਜੀਓ ਬੇਸ਼ੱਕ ਮੈਨੂੰ ਨਵਾਬੀ ਦਾ ਖਿਤਾਬ ਦੇ ਦਿੱਤਾ, ਲੇਕਿਨ ਅੱਜ ਉਹ ਸੇਵਾ ਜੋ ਮੈਂ ਕਰਦਾ ਸੀ ਨਾ, ਕਿਰਪਾ ਕਰਕੇ ਇਹ ਸੇਵਾ ਤੋਂ ਮੈਨੂੰ ਵਾਂਝਾ ਨਾ ਕਰਨਾ ਕਰੋ। ਇਹ ਮੈਂ ਸੇਵਾ ਜਿਸ ਤਰ੍ਹਾਂ ਮੇਰੀ ਹੈ, ਕਿਉਂਕਿ ਕਈ ਵਾਰੀ ਬੰਦਾ ਚੰਗੇ ਮੁਰਾਦਬੇ ਤੇ ਪਹੁੰਚ ਜਾਂਦਾ, ਉਹਨੂੰ ਆਪਾਂ ਕਹਿ ਦਿੰਦੇ ਆ ਨਹੀਂ ਜੀ ਤੁਸੀਂ ਆ ਸੇਵਾ ਆ ਕੰਮ ਨਾ ਕਰੋ, ਇਹ ਤਾਂ ਛੋਟੇ ਸੇਵਾਦਾਰਾਂ ਦਾ ਕੰਮ ਹੈ, ਤੁਸੀਂ ਬੈਠ ਕਰਕੇ ਆਨੰਦ ਮਾਣਨਾ ਕਰੋ। ਨਹੀਂ ਖਾਲਸਾ ਜੀਓ ਅੱਜ ਤੋਂ ਬਾਅਦ ਜੋ ਵੀ ਮੇਰੀ ਸੇਵਾ ਬਣਦੀ ਹੈ ਕਦੇ ਮੈਨੂੰ ਸੇਵਾ ਕਰਨ ਤੋਂ ਨਹੀਂ ਰੋਕਣਾ। ਇਤਿਹਾਸ ਦੇ ਵਿੱਚ ਪਿਆਰਿਓ ਇਹ ਬਚਨ ਅੰਕਿਤ ਹਨ ਕਿ ਜਿੰਨੀ ਸੇਵਾ ਨਵਾਬ ਕਪੂਰ ਸਿੰਘ ਜੀ ਨਵਾਬੀ ਦੀ ਖਿਤਾਬ ਪ੍ਰਾਪਤ ਹੋਣ ਤੋਂ ਪਹਿਲਾਂ ਕਰਦੇ ਸੀ, ਉਸ ਤੋਂ ਬਾਅਦ ਪਿਆਰਿਓ ਇਹ ਨਹੀਂ ਹੈ। ਕਈ ਵਾਰੀ ਕਈਆਂ ਨੂੰ ਜਦੋਂ ਮਰਾਤਮਾ ਪ੍ਰਾਪਤ ਹੋ ਜਾਂਦਾ ਉਹ ਤਾਂ ਆਕੀ ਬਣ ਜਾਂਦੇ, ਬਾਗੀ ਬਣ ਜਾਂਦੇ ਤੇ ਖਾਲਸੇ ਦੇ ਨਾਲ ਹੀ ਉਹ ਪੰਥ ਦੇ ਨਾਲ ਗੱਦਾਰੀਆਂ ਕਰ ਜਾਂਦੇ ਹਨ, ਲੇਕਿਨ ਉਹਨਾਂ ਨੇ ਫਿਰ ਵੱਧ ਚੜ ਕਰਕੇ ਸੇਵਾ ਕਰਨੀ ਕੀਤੀ ਹੈ। ਜਿੰਨੀ ਪਹਿਲਾਂ ਸੇਵਾ ਕਰਦੇ ਸਨ ਉਹ ਤੋਂ ਕਈ ਗੁਣਾ ਉਹਨਾਂ ਨੇ ਸੇਵਾ ਵਧਾ ਦਿੱਤੀ ਤੇ ਫਿਰ ਘੋੜੇ ਦੀਆਂ ਲਿੱਦ ਜਿਹੜੀ ਹੈ ਲਿੱਦ ਸਾਫ਼ ਕਰਨਾ ਰੋਜ਼, ਜਦੋਂ ਸਿੰਘਾਂ ਨੇ ਇਸ਼ਨਾਨ ਕਰਨਾ ਖੂਹ ਦੇ ਵਿੱਚੋਂ ਪਾਣੀ ਗੇੜ ਕਰਕੇ ਗਰਮ ਪਾਣੀ ਕਰਕੇ ਸਿੰਘਾਂ ਦਾ ਇਸ਼ਨਾਨ ਕਰਾਉਣਾ, ਕਈ ਵਾਰੀ ਆਪ ਜਿਹੜਾ ਮਲਣਾ ਕਰ ਦਿੰਦੇ ਸਨ, ਮੁੱਠੀ ਚਾਂਪੀ ਆਦਿਕ ਕਰਨਾ। ਇਸ ਤਰ੍ਹਾਂ ਪਿਆਰਿਓ ਜੋ ਗੁਰੂ ਘਰ ਦੇ ਵਿੱਚ ਜੋ ਸੇਵਾ ਕਰਦਾ ਸੀ, ਸੇਵਾ ਦੀ ਪ੍ਰਧਾਨਗੀ ਸੀ। ਪੱਖਾ ਫੇਰੀ ਪੈਰ ਮਲੋਵਾ ਕਿ ਜਿਹੜੇ ਗੁਰੂ ਕੇ ਪਿਆਰੇ ਆ ਜਾਣ, ਮੈਂ ਉਹਨਾਂ ਜਪਤ ਰਹਾ ਤੇਰਾ ਨਾਮ, ਸਦਾ ਨਾਲ ਮੈਂ ਤੇਰਾ ਨਾਮ ਮੁਖੋਂ ਨਾਲ ਜਪਦਾ ਰਵਾਂ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਇਹ ਨਹੀਂ ਹੈ ਕਿ ਭਾਈ ਸਿਰਫ ਆਪਾਂ ਸੇਵਾ ਕਰਨੀ ਹੈ। ਦੇਖੋ ਪਿਆਰਿਓ ਮਹਾਂਪੁਰਖਾਂ ਦਾ ਇਹ ਬਚਨ ਹੈ। ਬਾਬਾ ਜੀਵਨ ਸਿੰਘ ਸਾਹਿਬ ਜੀ, ਬਾਬਾ ਦਲੀਪ ਸਿੰਘ ਸਾਹਿਬ ਜੀ, ਕਾਰ ਸੇਵਾ ਵਾਲੇ ਮਹਾਂਪੁਰਖ ਔਰ ਵੀ ਜੋ ਮਹਾਂਪੁਰਖ ਉਹ ਇੱਕ ਦ੍ਰਿਸ਼ਟਾਂਤ ਦਿੰਦੇ ਸਨ, ਬੜਾ ਪਿਆਰਾ ਉਹਨਾਂ ਦਾ ਦ੍ਰਿਸ਼ਟਾਂਤ ਸੀ। ਉਹ ਕਹਿੰਦੇ ਤੇ ਇੱਕ ਤਾਂ ਜਿਹੜੀ ਹੈ ਨਾਮ ਤੇ ਸੇਵਾ ਤੇ ਸਿਮਰਨ ਇਹ ਦੋ ਖੰਭ ਹਨ। ਜਿਸ ਜੀਵ ਨੂੰ ਇਹ ਖੰਭ ਲੱਗ ਜਾਣ ਉਹ ਸੰਸਾਰ ਸਾਗਰ ਤੋਂ ਉਡਾਰੀ ਮਾਰ ਕਰਕੇ ਦਰਗਾਹ ਤੱਕ ਪਹੁੰਚ ਜਾਂਦਾ ਹੈ। ਜਿਸ ਤਰ੍ਹਾਂ ਕਿ ਕੋਈ ਪੰਛੀ ਹੈ ਉਹਦਾ ਇੱਕ ਖੰਭ ਟੁੱਟ ਜਾਵੇ ਉਹ ਉਡਾਰੀ ਮਾਰ ਨਹੀਂ ਸਕਦਾ, ਦੋ ਖੰਭ ਜ਼ਰੂਰੀ ਹਨ। ਤੇ ਮਹਾਂਪੁਰਖ ਇਹ ਕਿਹਾ ਕਰਦੇ। ਅੱਜ ਵੀ ਪਿਆਰਿਓ ਜਦੋਂ ਜਿਹੜੇ ਸੱਚੇ ਮਹਾਂਪੁਰਖ ਹਨ ਚੜ੍ਹਦੀ ਕਲਾ ਦੇ ਵਿੱਚ ਜੀਵਨ ਜਿਉਣ ਵਾਲੇ, ਤੇ ਉਹਨਾਂ ਦੇ ਕੋਲ ਕੋਈ ਜਦੋਂ ਜਿਗਿਆਸੂ ਜਾਂਦਾ ਸੇਵਾ ਲਿਖਾਉਂਦਾ, ਜਿਸ ਤਰ੍ਹਾਂ ਕਿ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਕੋਲ ਕਈ ਸੇਵਾ ਲਿਖਵਾਉਂਦੇ ਹਨ, ਤੇ ਪਹਿਲਾਂ ਹੀ ਉਹਨਾਂ ਨੂੰ ਮਹਾਂਪੁਰਖ ਬਾਬਾ ਜੀ ਕਹਿ ਦਿਆ ਕਰਦੇ ਕਿ ਭਾਈ ਰੋਜ਼ ਇੰਨੀ ਸੇਵਾ ਕਰਨੀ ਹੈ
ਤੇ ਨਾਮ ਦੇ ਵਿੱਚ ਜ਼ਰੂਰ ਹਾਜ਼ਰੀ ਭਰਨੀ ਹੈ। ਕਈ ਵਾਰੀ ਸੇਵਾ ਘਟ ਜਾਵੇ ਕੋਈ ਗੱਲ ਨਹੀਂ ਹੈ, ਲੇਕਿਨ ਨਾਮ ਦੇ ਵਿੱਚ ਜ਼ਰੂਰ ਹਾਜ਼ਰੀ ਭਰਨੀ। ਇਹ ਵੀ ਕਹਿੰਦੇ ਕਿ ਭਾਈ ਸੇਵਾ ਵੀ ਜਦੋਂ ਕਰਦੇ ਆ ਤੇ ਪੱਖਾ ਫੇਰੀ ਪਾਣੀ ਢੋਵਾਂ ਜਪਤ ਰਹਾ ਤੇਰਾ ਨਾਉ। ਪੱਖਾ ਫੇਰਨਾ, ਗੁਰੂ ਘਰ ਦੇ ਵਿੱਚ ਸੇਵਾ ਕਰਨਾ ਹੈ, ਲੰਗਰ ਆਦਿਕ ਵਰਤਾਉਣਾ, ਨਾਲ ਆਪਣੇ ਮੁਖੋਂ ਵਾਹਿਗੁਰੂ ਦਾ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ। ਅੱਜ ਵੀ ਪਿਆਰਿਓ ਆਪਾਂ ਕਈ ਵਾਰੀ ਵੇਖਦੇ ਆ ਗੁਰੂ ਘਰਾਂ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਸੇਵਾ ਕਰਦੇ, ਉਹ ਇਹ ਪੰਕਤੀ ਨੂੰ ਮੁੱਖ ਰੱਖ ਕਰਕੇ ਕਿ ਪੱਖਾ ਫੇਰੀ ਪੈਰ ਮਲੋਵਾਂ ਜਪਤ ਰਹਾ ਤੇਰਾ ਨਾਉ। ਗੁਰੂ ਘਰ ਦੇ ਵਿੱਚ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਗੁਰੂ ਘਰ ਦੇ ਵਿੱਚ ਸੇਵਾ ਵੀ ਕਰਦੇ ਤੇ ਚਿੱਤ ਦੇ ਨਾਲ ਉਹ ਸਿਮਰਨ ਵੀ ਕਰਦੇ ਹਨ। ਆਪਣੇ ਮੁਖੋਂ ਵਾਹਿਗੁਰੂ ਦਾ ਜਾਂ ਗੁਰ ਮੰਤਰ ਦਾ, ਮੂਲ ਮੰਤਰ ਦਾ ਜਾਂ ਕੋਈ ਬਾਣੀ ਦਾ ਜਾਪ ਕਰਦਾ ਹੈ। ਲੂਣ ਹਰਾਮੀ ਨਾਨਕ ਲਾਲਾ। ਲੇਕਿਨ ਅੱਗੇ ਮਹਾਰਾਜ ਜੀ ਨੇ ਕਿਹਾ ਕਿ ਇਹ ਜੋ ਗੁਲਾਮ ਹੈ, ਇਹ ਨਿਮਰਤਾ ਵਾਲਾ ਬਚਨ ਹੈ ਪਿਆਰਿਓ। ਇਹ ਹਕੀਕਤ ਨਹੀਂ, ਇਹ ਤਾਂ ਨਿਮਰਤਾ ਦੇ ਵਿੱਚ, ਕਿਉਂਕਿ ਜਿਹੜਾ ਅਹੰਕਾਰੀ ਬੰਦਾ ਉਹ ਤਾਂ ਕਹਿੰਦਾ ਜੀ ਮੈਨੇ ਤਾਂ ਹੱਕ ਹਲਾਲ ਕਰਨਾ ਕੀਤਾ, ਲੇਕਿਨ ਨਿਮਰਤਾਵਾਨ ਉਹੀ ਕਹਿ ਸਕਦਾ ਕਿ ਭਾਈ ਮੈਂ ਤਾਂ ਲੂਣ ਹਰਾਮੀ ਆ। ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਾਤਾ, ਮੈਂ ਤਾਂ ਨਮਕ ਹਰਾਮ ਲਾਲਾ ਹਾਂ, ਜਿਹੜਾ ਗੁਲਾਮ ਹਾਂ। ਬਖਸ਼ਹਿ ਤੁਧ ਵਡਿਆਈ। ਐ ਮਾਲਕਾ ਤੂੰ ਜੇ ਬਖਸ਼ ਲਵੇ ਤਾਂ ਤੇਰੀ ਵਡਿਆਈ ਹੈ। ਇਹਦਾ ਇਹ ਮਤਲਬ ਹੈ ਕਿ ਕਦੇ ਗੁਲਾਮ ਜਿਹੜਾ ਸੇਵਾਦਾਰ ਸੇਵਾ ਕਰਕੇ ਇਹ ਨਾ ਕਵੇ ਕਿ ਮੈਨੇ ਸੇਵਾ ਕਰਕੇ, ਮੈਨੇ ਸਿਮਰਨ ਕਰਕੇ ਪ੍ਰਮਾਤਮਾ ਨੂੰ, ਗੁਰੂ ਸਾਹਿਬ ਨੂੰ ਰਿਝਾ ਲਿਆ। ਨਾ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਤੂੰ ਆਵਹਿ ਵਾਸ ਬਹੁਤ ਸਿਆਣਪੈ, ਨਾ ਤੂੰ ਆਵੈ ਵਾਸ ਤੀਰਥ ਨਹਾਈਐ, ਨਾ ਤੂੰ ਆਵੈ ਵਾਸ ਧਰਤੀ ਧਾਈਐ। ਸਭ ਕੋ ਤੇਰਾ ਵਾਸਤ ਅਗਮ ਅਗੋਚਰਾ, ਤੂੰ ਭਗਤਾਂ ਕੈ ਵਾਸ ਭਗਤਾਂ ਤਾਣ ਤੇਰਾ। ਕਿ ਪਰਮਾਤਮਾ ਨੂੰ ਕੋਈ ਸੇਵਾ ਕਰਕੇ ਸਿਮਰਨ ਕਰਕੇ ਨਹੀਂ ਰਿਝਾ ਸਕਦਾ। ਕੋਈ ਮਤਾ ਕਿਤੇ ਇਹ ਗਰਵ ਨਾ ਕਰਨਾ ਕਰੇ ਕਿ ਮੈਨੇ ਜੀ ਬਥੇਰੀ ਸੇਵਾ ਕੀਤੀ, ਬੜਾ ਨਾਮ ਜਪਿਆ, ਤਾਂ ਜਾ ਕਰਕੇ ਪ੍ਰਮਾਤਮਾ ਮੇਰੇ ਵਾਸ ਵਿੱਚ ਆਇਆ, ਮੇਰੇ ਹਿਰਦੇ ਵਿੱਚ ਵਸਿਆ। ਨਹੀਂ ਪਿਆਰਿਓ, ਉਹ ਭਾਵਨਾ ਦਾ ਤਿਆਗ ਕਰਕੇ ਇਹ ਭਾਵਨਾ ਰੱਖਣੀ ਚਾਹੀਦੀ ਹੈ ਕਿ ਭਾਈ ਮੈਂ ਤਾਂ ਨਮਕ ਹਰਾਮ ਹਾਂ, ਮੈਂ ਤਾਂ ਲੂਣ ਹਰਾਮੀ ਆ। ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ, ਮੈਂ ਅਲਪਮਤੀਆਂ ਹਾਂ, ਬੇਗਾਨਾ ਹਾਂ। ਇਹ ਭਾਵਨਾ ਰੱਖ ਕਰਕੇ ਨਾਲ ਅਰਦਾਸ ਕਰਨੀ ਚਾਹੀਦੀ ਹੈ, ਬਖਸ਼ ਹੈ ਤੁਧ ਵਡਿਆਈ। ਕਿ ਐ ਮਾਲਕਾ ਜੇ ਤੂਨੇ ਬਖਸ਼ ਲਿਆ ਨਾ, ਇਹ ਤੇਰੀ ਵਡਿਆਈ ਹੈ। ਤੇ ਸਭ ਔਗੁਣ ਮੋਹ ਮਹਿ ਹੈ, ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਉ ਪਾਪੀ ਵੱਡ ਗੁਨਹਗਾਰ। ਮੈਂ ਤਾਂ ਇੱਕ ਨਹੀਂ, ਹਮ ਔਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀ ਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇਹ ਬੇਨਤੀ ਕਰਨੀ ਚਾਹੀਦੀ ਹੈ। ਅਸੀਂ ਤਾਂ ਔਗੁਣਾਂ ਦੇ ਨਾਲ ਭਰੇ ਹੋਏ ਆ। ਇਹ ਮਾਲਕਾ ਤੇਰੀ ਵਡਿਆਈ ਹੈ, ਤੂੰ ਜੇ ਸਾਨੂੰ ਆਪਣੇ ਨਾਲ ਮੇਲ ਲੈਣਾ ਕੀਤਾ, ਸਾਨੂੰ ਬਖਸ਼ ਲਿਆ। ਆਦ ਜੁਗਾਦ ਦਇਆ ਪਤ ਦਾਤਾ। ਤੂੰ ਤਾਂ ਆਦ ਪਹਿਲੇ ਵੀ, ਜਦੋਂ ਸੰਸਾਰ ਦੀ ਆਰੰਭਤਾ ਤੋਂ ਪਹਿਲੇ ਵੀ, ਤੇ ਜਦੋਂ ਸਭ ਖਤਮ ਹੋ ਜਾਵੇਗਾ, ਜੁਗਾਂ ਦਾ ਖਤਮ, ਸਾਰੇ ਯੁੱਗ ਜਦੋਂ ਖਤਮ ਹੋ ਜਾਣਗੇ, ਫਿਰ ਵੀ ਐ ਮਾਲਕਾ ਤੂੰ ਦਇਆ ਪਤ ਦਾਤਾ ਹੈ, ਦਇਆ ਕਰਨ ਵਾਲਾ, ਸਾਰਿਆਂ ਦੀ ਪਤ ਰੱਖਣ ਵਾਲਾ ਤੇ ਸਾਰਿਆਂ ਨੂੰ ਦਾਤ ਦੇਣ ਵਾਲਾ ਹੈ। ਤੁਧ ਬਿਨ ਮੁਕਤ ਨਾ ਪਾਈ। ਭਾਵੇਂ ਜੋ ਮਰਜੀ ਮੈਂ ਕਰ ਲੈਣਾ ਕਰਾਂ, ਗੁਰੂ ਘਰ ਦੇ ਵਿੱਚ ਆ ਕਰਕੇ ਮੈਂ ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਓ, ਪੱਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ। ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਮੈਂ ਮੁਕਤੀ ਦੀ ਪ੍ਰਾਪਤੀ ਨਹੀਂ ਕਰ ਸਕਦਾ ਹਾਂ। ਜੇ ਤੂਨੇ ਮੈਨੂੰ ਮੁਕਤ ਕਰਨਾ ਕੀਤਾ, ਇਹ ਮੇਰੇ ਕਰਕੇ ਨਹੀਂ, ਇਹ ਤਾਂ ਤੇਰੀ ਵਡਿਆਈ ਹੈ। ਤੇ ਇਹ ਤਾਂ ਤੇਰੀ ਵਡਿਆਈ ਹੈ, ਤੇ ਕੋਈ ਨਾਮ ਨਾ ਜਾਣੈ ਮੇਰਾ, ਸਭ ਤੇਰੀ ਵਡਿਆਈ। ਮੇਰਾ ਤਾਂ ਨਾਮ ਵੀ ਕੋਈ ਨਹੀਂ ਜਾਣਦਾ, ਲੇਕਿਨ ਇਹ ਤੇਰੀ ਕਿਰਪਾ ਕਰਕੇ ਇੰਨੀ ਵੱਡੀ ਵਡਿਆਈ ਸਾਨੂੰ ਪ੍ਰਾਪਤ ਹੋਈ ਹੈ। ਇੰਜ ਸਤਿਗੁਰੂ ਮਹਾਰਾਜ ਜੀ ਨੇ ਨਿਮਰਤਾ ਦੇ ਵਿੱਚ ਰਹਿ ਕਰਕੇ, ਕਿਸ ਤਰ੍ਹਾਂ ਗੁਰੂ ਘਰ ਦੇ ਗੁਲਾਮ ਬਣ ਕਰਕੇ ਸੇਵਾ ਭਾਵਨਾ ਕਰਨੀ ਚਾਹੀਦੀ ਹੈ ਤੇ ਮਨ ਵਿੱਚ ਹਲੀਮੀ ਰੱਖਣੀ ਚਾਹੀਦੀ ਹੈ। ਇਹਦੇ ਬਾਬਤ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਇਸ ਸ਼ਬਦ ਦੇ ਰਾਹੀਂ
ਉਪਦੇਸ਼ ਦੀ ਬਖਸ਼ੀਸ਼ ਕਰਨੀ ਕੀਤੀ। ਆਓ ਪਿਆਰਿਓ, ਇੱਥੋਂ ਤੱਕ ਹੀ ਆਪਾਂ ਇਤਿਹਾਸ ਨੂੰ, ਗੁਰਮਤਿ ਵਿਚਾਰਾਂ ਨੂੰ ਸਰਵਣ ਕਰਨਾ ਕਰੀਏ। ਰਹਿੰਦਾ ਜੋ ਅਧਿਆਇ ਪ੍ਰਸੰਗ ਹੈ, ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਉਹਦੀ ਕਥਾ ਨੂੰ ਆਪਾਂ ਨੇ ਸਰਵਣ ਕਰਨਾ। ਹੁਣ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਆਂ। ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਖਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, हे संतां कै सदा संग, निधारा आधार। हे ठाकुर हों दस रो, मैं निर्गुण गुण नहीं कोय। नानक दीजै नाम दान, राखों ही है परोए। आए प्रभ शरणागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो उतरै पार। जो शरधा कर सेवंदे, गुर पार उतारण हार। कथा निता प्रत होत है, सुनहो सो सिंह सुजान। नानक गुरु गोबिंद सिंह जी, सदा करै कल्याण। नानक गुरु गोबिंद सिंह जी, सदा करै कल्याण। एक ओंकार सतनाम करता पुरख, निरभउ निर्वैर अकाल मूरत। अजूनी सैभं गुर प्रसाद जप। आद सच जुगाद सच, है भी सच। नानक होसी भी सच, एक ओंकार सतनाम करता पुरख। निरभउ निर्वैर अकाल मूरत। अजूनी सैभं गुर प्रसाद जप। आद सच जुगाद सच, है भी सच। नानक होसी भी सच, एक ओंकार सतनाम करता पुरख। निरभउ निर्वैर अकाल मूरत। अजूनी सैभं गुर न होसी भी सच। एक ओंकार सतनाम करता पुरख। निरभउ निर्वैर अकाल मूरत। अजूनी सैभं गुर प्रसाद जप। आद सच जुगाद सच, है भी सच। नानक होसी भी सच। एक ओंकार सतनाम करता पुरख। निरभउ निर्वैर अकाल मूरत। अजूनी सैभं गुर प्रसाद जप। आद सच जुगाद सच, है भी सच। नानक होसी भी सच। वाहो वाहो गोबिंद सिंह जी, वाहु वाहु गोबिंद सिंह जी। कलगियां वाले गोबिंद सिंह जी, कलगियां वाले गोबिंद सिंह जी। बाजां वाले गोबिंद सिंह जी, बाजां वाले गोबिंद सिंह जी। फौजां वाले गोबिंद सिंह जी, फौजां वाले गोबिंद सिंह जी। जोजी प्यारे गोबिंद सिंह जी, जोजी प्यारे गोबिंद सिंह जी। वाहो वाहो गोबिंद सिंह जी, वाहु वाहु गोबिंद सिंह जी। वाहो वाहो गोबिंद सिंह जी। वाहु वाहु गोबिंद सिंह जी। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ
ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬਲ